ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਗੱਲ ਇੱਕ ਵਾਰੀ ਫਿਰ ਹੋਏਗੀ ਗੋਲੀकांड ਦੀ। ਗੋਲੀकांड ਉਹ ਜਿਹੜਾ ਅਕਾਲੀ ਸਰਕਾਰ ਦੇ ਸਮੇਂ ਵਾਪਰਿਆ ਸੀ ਔਰ ਉਸ ਦੀ ਗੂੰਜ लगातार इन्ने सालों बाद भी सुनाई दे रही है। पिछले 5 साल भी जदों कांग्रेस सत्ता च सी उदों भी सुनाई दिंदी रही ते हुण दोबारा फिर उही चर्चावां ने और चर्चा इसलिए ज्यादा ਵੱਡੇ पद्धर ते हुई है कि सुखबीर सिंह बादल जिहड़े उस वेले दे गृह मंत्री सी उन्हां नूं दोबारा समन गए ने। दो ਜਿਹੜੇ ਮਾਮਲੇ ਨੇ, ਇੱਕ ਕੋਟਕਪੂਰਾ ਦੇ ਵਿੱਚ ਜਿਹੜਾ ਹੋਇਆ ਸੀ ਗੋਲੀकांड ਜਿੱਥੇ ਪੁਲਿਸ ਨੇ ਫਾਇਰ ਖੋਲਿਆ ਸੀ ਔਰ ਇੱਕ ਉਸ ਤੋਂ ਬਾਅਦ ਬਹਿਬਲ ਕਲਾਂ ਹੋਇਆ ਸੀ। ਦੋਨਾਂ ਮਾਮਲਿਆਂ ਦੇ ਵਿੱਚ ਵੱਖੋ ਵੱਖਰੇ ਤੌਰ ਤੇ ਪੁੱਛਗਿੱਛ ਦੇ ਲਈ ਸੁਖਬੀਰ ਸਿੰਘ ਬਾਦਲ ਨੂੰ ਸਮਨ ਕੀਤਾ ਗਿਆ ਹੈ ਔਰ ਇਸ ਸਮਨ ਨੇ ਪੰਜਾਬ ਦੀ ਸਿਆਸਤ ਨੂੰ ਇੱਕ ਵਾਰੀ ਫਿਰ ਗਰਮਾ ਦਿੱਤਾ ਹੈ ਔਰ ਉਹੀ ਮਸਲਾ ਫਿਰ ਬਰੂਹਾਂ ਤੇ ਆ ਖੜਾ ਹੋਇਆ ਹੈ। ਸੋ ਅਗਲੇ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਨੇ ਜਾਣਾ ਹੈ ਇਸ ਪੁੱਛਗਿੱਛ ਦੇ ਲਈ, ਜਾਂਚ ਦੇ ਵਿੱਚ ਸ਼ਾਮਿਲ ਹੋਣਾ ਹੈ ਔਰ ਸਵਾਲ ਇਹ ਨੇ ਕਿ ਇਸ ਵੇਲੇ ਸੁਖਬੀਰ ਸਿੰਘ ਬਾਦਲ ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ਚ ਗੋਲੀकांड ਦੇ ਮਾਮਲੇ 'ਚ ਦੁਬਾਰਾ ਸਮਨ ਭੇਜਣ ਦੇ ਮਾਇਨੇ ਕੀ ਨੇ? ਸੁਖਬੀਰ ਬਾਦਲ ਨੂੰ ਸਮਨ ਭੇਜਣ ਤੋਂ ਪਹਿਲਾਂ ਕਿਹੜੀ ਐਸਆਈਟੀ ਵੱਲੋਂ ਖਾਸ ਤਿਆਰੀ ਕੀਤੀ ਗਈ ਹੈ? ਕਿਹੜੇ ਨਵੇਂ ਸਬੂਤ ਤੇ ਸਵਾਲਾਂ ਦੇ ਨਾਲ ਐਸਆਈਟੀ ਸੁਖਬੀਰ ਬਾਦਲ ਤੋਂ ਪੁੱਛਗਿੱਛ ਕਰੇਗੀ? ਕਿਉਂਕਿ ਪਹਿਲਾਂ ਵੀ ਪਿਛਲੀ ਸਰਕਾਰ ਦੇ ਟੈਨਿਓਰ 'ਚ ਵੀ ਪੁੱਛਗਿੱਛ ਹੋ ਚੁੱਕੀ ਹੈ। ਕੀ ਸੁਖਬੀਰ ਬਾਦਲ ਨੂੰ ਸਮਨ ਕਰਨਾ ਸਿਆਸਤ ਤੋਂ ਪ੍ਰੇਰਿਤ ਫੈਸਲਾ ਹੈ ਜੋ ਕਿ ਅਕਾਲੀ ਦਲ ਵਾਰ-ਵਾਰ ਇਹ ਕਹਿ ਰਿਹਾ ਕਿ ਇਹ ਹੁਣ ਸਿਰਫ ਇੱਕ ਸਿਆਸੀ ਰੰਜਿਸ਼ ਦੇ ਤੌਰ ਤੇ ਇਸ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾ ਰਿਹਾ ਹੈ? ਇਹ ਵੀ ਸਵਾਲ ਨੇ। 7 ਸਾਲਾਂ ਦੇ ਵਿੱਚ ਗੋਲੀकांड ਮਾਮਲੇ 'ਚ ਕੀ ਹੁਣ ਤੱਕ ਸਬੂਤ ਪ੍ਰਭਾਵਿਤ ਨਹੀਂ ਹੋਏ ਹੋਣਗੇ? 7 ਸਾਲ ਬਾਅਦ ਵੀ ਗੋਲੀकांड ਦੇ ਪੀੜਤਾਂ ਨੂੰ ਇਨਸਾਫ ਨਾ ਦਿੱਤੇ ਜਾਣ ਦੇ ਲਈ ਜ਼ਿੰਮੇਵਾਰ ਆਖਿਰ ਕੌਣ ਹੈ? ਇਹ ਕਈ ਸਾਰੇ ਸਵਾਲ ਨੇ। ਮਹਿਮਾਨ ਸਾਡੇ ਨਾਲ ਜੁੜੇ ਨੇ, ਗੱਲਬਾਤ ਕਰਾਂਗੇ। ਪਹਿਲਾਂ ਉਹਨਾਂ ਦੀ ਇੰਟਰੋਡਕਸ਼ਨ ਕਰਵਾ ਦਿੰਨੇ ਆ। ਸਾਡੇ ਨਾਲ ਹੈ ਬਾਬ ਸਿੰਘ ਗਰੇਵਾਲ ਸਾਹਿਬ ਜੁੜੇ ਨੇ ਆਮ ਆਦਮੀ ਪਾਰਟੀ ਤੋਂ, ਅਰਸ਼ਪ੍ਰੀਤ ਸਿੰਘ ਖੰਡਿਆਲ ਜੀ ਜੁੜੇ ਨੇ ਕਾਂਗਰਸ ਪਾਰਟੀ ਤੋਂ, ਜੈ ਬੰਸ ਜੀ ਜੁੜੇ ਨੇ ਸਾਡੇ ਨਾਲ ਬੀਜੇਪੀ ਤੋਂ ਤੇ ਅਰਸ਼ਦੀਪ ਕਲੇਰ ਸਾਡੇ ਨਾਲ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਸੋ ਸਾਰੇ ਮਹਿਮਾਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਇੱਕ ਰਿਪੋਰਟ ਦਿਖਾਉਣੇ ਆ ਜਿਹੜੀ ਅੱਜ ਸੁਖਬੀਰ ਸਿੰਘ ਬਾਦਲ ਨੂੰ ਨਵੇਂ ਸੰਮਨ ਜਾਰੀ ਹੋਏ ਨੇ, ਕੱਲ ਹੋਏ ਸੀ। ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਮਹਿਮਾਨਾਂ ਦੇ ਨਾਲ ਗੱਲਬਾਤ ਨੂੰ ਅੱਗੇ ਵਧਾਵਾਂਗੇ। ਜਦੋਂ ਜਿੰਨੇ ਮਰਜ਼ੀ ਸਮਨ ਕਰਦੇ, ਜਦੋਂ ਜਿੱਥੇ ਮਰਜ਼ੀ ਕਰਨ, ਮੈਂ ਤਿਆਰ ਆ ਜਾਣ। ਬੇਅਦਬੀ ਤੇ ਗੋਲੀकांड ਦੇ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਦੀ ਚੁਣੌਤੀ ਹੈ। ਬਹਿਬਲ ਕਲਾਂ ਗੋਲੀकांड ਦੇ ਵਿੱਚ ਸੁਖਬੀਰ ਬਾਦਲ ਨੂੰ ਐਸਆਈਟੀ ਦੇ ਵੱਲੋਂ 6 ਸਤੰਬਰ ਨੂੰ ਸਮਨ ਕੀਤਾ ਗਿਆ ਹੈ ਤੇ ਕੋਟਕਪੂਰਾ ਗੋਲੀकांड ਦੇ ਵਿੱਚ 14 ਸਤੰਬਰ ਨੂੰ। ਪਰ ਸੁਖਬੀਰ ਬਾਦਲ ਦਾ ਦਾਅਵਾ ਹੈ ਕਿ ਉਹ ਕਿਤੇ ਵੀ ਪੇਸ਼ ਹੋਣ ਦੇ ਲਈ ਤਿਆਰ ਨੇ, ਉਹਨਾਂ ਨੂੰ ਕੋਈ ਡਰ ਨਹੀਂ ਹੈ ਅਤੇ ਸਿਰਫ ਸਿਆਸੀ ਡਰਾਮਾ ਹੋ ਰਿਹਾ ਹੈ। ਜਦਕਿ ਆਮ ਆਦਮੀ ਪਾਰਟੀ ਪੁੱਛ ਰਹੀ ਹੈ ਕਿ ਸੁਖਬੀਰ ਬਾਦਲ ਇਹ ਦੱਸਣ ਕਿ ਗੋਲੀ ਕਿਸ ਤੇ ਕਹਿਣ ਤੇ ਚੱਲੀ ਸੀ। ਮੈਂ ਕਿਹਾ ਜੀ ਦੱਸੋ ਕਦੋਂ ਆਉਣਾ ਤੇ ਮੈਂ ਆਪ ਉਹਨੂੰ ਟੈਲੀਫੋਨ ਕੀਤਾ। ਅੱਜ 6 ਤਰੀਕ ਮੈਂ ਕਿਹਾ ਲਿਆਓ, ਸਾਨੂੰ ਕੋਈ ਡਰ ਦੀ ਲੋੜ ਨਹੀਂ। ਇਹਨਾਂ ਕੋਲੇ ਆਪਣੀ ਜਿਹੜੀ ਸਰਕਾਰ ਹੈ, ਪਹਿਲੇ ਕਾਂਗਰਸ ਨੇ 5 ਸਾਲ ਡਰਾਮਾ ਕੀਤਾ ਬੇਅਦਬੀ ਦੇ ਨਾਂ ਤੇ, ਦੋਸ਼ੀਆਂ ਨੂੰ ਫੜਨ ਦੀ ਬਜਾਏ ਪੋਲੀਟੀਕਲ ਗੇਮ ਕੀਤੀ। ਹੁਣ ਆਪ ਕਰ ਰਹੀ ਹੈ, ਆਪਣੀਆਂ ਕਮਜ਼ੋਰੀਆਂ ਲੁਕਾਉਣ ਤੇ ਲੱਗੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦੱਸਣਾ ਚਾਹੀਦਾ ਕਿ ਜਦੋਂ ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਹੋਇਆ, ਜਦੋਂ ਬਰਗਾੜੀ ਦੇ ਵਿੱਚ ਸਾਡੇ ਗੁਰੂ ਦੇ ਅੰਗਾਂ ਦੀ ਬੇਅਦਬੀ ਹੋਈ, ਉਹ ਪੰਜਾਬ ਦੇ ਹੋਮ ਮਿਨਿਸਟਰ ਸੀਗੇ, ਉਹ ਡਿਪਟੀ ਮੁੱਖ ਮੰਤਰੀ ਸੀਗੇ। ਅਸੀਂ ਸਵਾਲ ਉਹਨਾਂ ਦੇ ਕੀ ਕਰ ਰਹੇ? ਅਸੀਂ ਸਵਾਲ ਕਰ ਰਹੇ ਕਿ ਸਾਰੇ ਦੱਸਿਆ ਜਾਵੇ ਕਿ ਗੋਲੀ ਕਿਹਦੇ ਆਰਡਰ ਨਾਲ ਚੱਲੀ ਹੈ। ਸੁਖਬੀਰ ਬਾਦਲ ਨੇ 30 ਅਗਸਤ ਦੀ ਤਰੀਕ ਤੇ ਪੇਸ਼ ਨਾ ਹੋਣ ਦੇ ਮਾਮਲੇ ਤੇ ਵੀ ਸਪਸ਼ਟੀਕਰਨ ਦਿੱਤਾ ਹੈ। 30 ਤਰੀਕ ਨੂੰ ਮੇਰੀ ਕੋਰਟ ਵਿੱਚ ਤਰੀਕ ਸੀ, ਜੀਰੇ ਕੋਰਟ ਵਿੱਚ। ਮੈਂ ਉੱਥੇ ਪੁਰਾਣੀ ਤਰੀਕ ਸੀ। ਮੈਂ ਆਪ ਟੈਲੀਫੋਨ ਕੀਤਾ, ਉਹਨਾਂ ਨੇ ਨਹੀਂ ਕੀਤਾ। ਮੈਂ ਕਿਹਾ ਅਖਬਾਰਾਂ 'ਚ ਤੁਸੀਂ ਸਮਨ ਕਹਤੇ ਆ, ਮੈਂ ਤਾਂ ਹੈ ਨਹੀਂ ਸੀ। ਤੁਸੀਂ ਕਹਿੰਦਾ ਤੁਸੀਂ ਉਦੋਂ ਆਏ ਸੀ। ਮੈਂ ਕਿਹਾ ਉਦੋਂ ਆਊਟ ਆਫ ਕੰਟਰੀ ਹੈ, ਤੁਹਾਨੂੰ ਵੀ ਪਤਾ ਹੈ, ਸਾਰਿਆਂ ਨੂੰ ਪਤਾ। ਮੈਂ ਕਹਿ ਕੇ ਗਿਆ ਤੇ ਫਿਰ ਮੈਂ ਆਪ ਟੈਲੀਫੋਨ ਕੀਤਾ ਅਫਸਰਾਂ ਨੂੰ। ਮੈਂ ਕਿਹਾ ਜੀ ਦੱਸੋ ਕਦੋਂ ਆਉਣਾ। ਐਸਆਈਟੀ ਦੇ ਵੱਲੋਂ ਸੁਖਬੀਰ ਬਾਦਲ ਨੂੰ ਸਮਨ ਕੀਤੇ ਜਾਣ ਤੇ ਕਾਂਗਰਸ ਦਾ ਵੀ ਬਿਆਨ ਸਾਹਮਣੇ ਆਇਆ ਹੈ। ਕਾਂਗਰਸ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਹਨਾਂ ਦੇ ਸਮੇਂ ਜੋ ਕਾਰਵਾਈ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਸਕੀ।
ਅਸੀਂ ਸਰਕਾਰ ਬਣਾਈ, ਅਸੀਂ ਕਿਹਾ ਕਿ ਅਸੀਂ ਇਹਦਾ 6 ਮਹੀਨਿਆਂ ਦੇ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਔਰ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ, ਲੇਕਿਨ ਅਸੀਂ ਕੱਖ ਨਹੀਂ ਕੀਤਾ। ਕਾਂਗਰਸ ਸਰਕਾਰ ਦੇ ਸਮੇਂ ਵੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਤੋਂ ਪੁੱਛਗਿੱਛ ਹੋਈ ਸੀ। ਸਵਾਲ ਇਹੀ ਹੈ ਕਿ ਹੁਣ ਐਸਆਈਟੀ ਦੇ ਕੋਲ ਪੁੱਛਣ ਦੇ ਲਈ ਨਵਾਂ ਕੀ ਹੈ ਤੇ ਐਸਆਈਟੀ ਨੂੰ ਨਵੇਂ ਕਿਹੜੇ ਸਬੂਤ ਮਿਲੇ ਨੇ। ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਨਪਿੰਦਰ ਬਰਾੜ, ਨਿਊਜ਼ 18। ਤਾਂ ਗੱਲ ਇੱਥੇ ਆ ਜਾਂਦੀ ਹੈ ਕਿ ਐਸਆਈਟੀ ਦੇ ਕੋਲ ਪੁੱਛਣ ਦੇ ਲਈ ਨਵਾਂ ਕੀ ਹੈ, ਕਿਸ ਤਰੀਕੇ ਨਾਲ ਹੁਣ ਇਸ ਜਾਂਚ ਨੂੰ ਅੱਗੇ ਵਧਾਇਆ ਜਾਏਗਾ। ਆਮ ਆਦਮੀ ਪਾਰਟੀ ਤੋਂ ਮੇਰਾ ਪਹਿਲਾ ਸਵਾਲ, ਗਰੇਵਾਲ ਸਾਹਿਬ, ਸਿੱਧਾ ਸਵਾਲ ਹੈ ਕਿ ਹੁਣ ਨਵਾਂ ਕੀ ਹੈ। ਪਹਿਲਾਂ ਸਾਰੀ ਪੁੱਛਗਿੱਛ ਹੋਈ ਹੈ, ਸਾਰੇ ਸਵਾਲ ਜਵਾਬ ਹੋ ਚੁੱਕੇ ਨੇ, ਸਭ ਕੁਝ ਔਨ ਰਿਕਾਰਡ ਹੈ, ਦਰਜ ਹੈ, ਫਾਈਲਾਂ 'ਚ ਪਿਆ ਹੈ, ਫਿਰ ਨਵੇਂ ਸਿਰੇ ਤੋਂ ਪੁੱਛਗਿੱਛ ਦੇ ਮਾਇਨੇ ਕੀ ਨੇ? ਬਰਾੜ ਸਾਹਿਬ, ਤੁਸੀਂ ਮਾਇਨੇ ਪੁੱਛੇ, ਮੈਂ ਕਹਿੰਦਾ ਪਰਸਪੈਕਟਿਵ ਚੇਂਜ ਹੋਇਆ 5 ਸਾਲਾਂ 'ਚ। ਹੁਣੇ ਵੜਿੰਗ ਸਾਹਿਬ ਕਹਿ ਰਹੇ ਸੀ ਅਸੀਂ ਨਲਾਇਕੀ ਮਾਰੀ ਇਹਨਾਂ ਮਾਮਲਿਆਂ 'ਚ ਨਲਾਇਕੀ ਮਾਰੀ, ਜਿਹੜੇ ਮਾਮਲਿਆਂ 'ਚ ਬਾਕੀ ਚੀਜ਼ਾਂ ਲੋਟ ਹੁੰਦੀਆਂ ਸੀ ਉਦੋਂ ਕੈਪਟਨ ਸਾਹਿਬ ਚੰਗੇ ਸੀ। ਚਲੋ ਛੱਡ ਦਿਓ, ਆਪਾਂ ਉਸ 'ਚ ਨਹੀਂ ਜਾਂਦੇ। ਮਾਇਨੇ ਇਹ ਨੇ ਸਰ ਕਿ ਪਹਿਲੀ ਵਾਰੀ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਐਤਕੀ ਬਚਾਇਆ ਨਹੀਂ ਜਾਣਾ। 5 ਸਾਲ ਬਚਾਉਣ ਦੀ ਕੋਸ਼ਿਸ਼ ਹੋ ਰਹੀ ਸੀ, ਪਹਿਲੇ 2 ਸਾਲ ਬਚਾਉਣ ਦੀ ਕੋਸ਼ਿਸ਼ ਹੋ ਰਹੀ ਸੀ, ਫਿਰ 5 ਸਾਲ ਬਚਾਉਣ ਦੀ ਕੋਸ਼ਿਸ਼ ਹੋ ਰਹੀ ਸੀ। ਨਲਾਇਕੀ ਇਹਨਾਂ ਦੀ ਇਹ ਸੀਗੀ ਕਿ ਇਹਨਾਂ ਨੇ ਜਿਹੜੇ ਲੋਕ ਉਹਦੇ ਬਾਰੇ ਸਬੂਤ ਦੇ ਸਕਦੇ ਸੀਗੇ ਉਹਨਾਂ ਨੂੰ ਦੱਬਿਆ, ਉਹਨਾਂ ਨੂੰ ਸਪਰੈਸ ਕੀਤਾ। ਅਸੀਂ ਉਭਾਰ ਕੇ ਲਿਆਏ, ਅਸੀਂ ਉਹਨਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਨਾਲ ਇਨਸਾਫ ਹੋਊਗਾ। ਜਿਹੜੇ ਲੋਕ ਬੋਲਣਾ ਚਾਹੁੰਦੇ ਨੇ ਉਹ ਬੋਲਣ ਦੀ ਹਿੰਮਤ ਰੱਖਦੇ ਨੇ। ਐਂਡ ਇੱਕ ਗੱਲ ਮੈਂ ਸੁਖਬੀਰ ਬਾਦਲ ਜੀ ਬਾਰੇ ਕਹੂੰਗਾ, ਇਹਨਾਂ ਨੂੰ ਜੀਰੇ ਦੀ ਤਰੀਕ ਬੜੀ ਇੰਪੋਰਟੈਂਟ ਲੱਗੀ। ਜੀਰੇ ਦੀ ਤਰੀਕ ਨਾਲੋਂ ਇਹ ਜ਼ਰੂਰੀ ਨਹੀਂ ਮੁੱਦਾ, ਉੱਥੇ ਤਾਂ ਤੁਸੀਂ ਇੱਕ ਵਕੀਲ ਭੇਜ ਕੇ ਵੀ ਸਾਰ ਸਕਦੇ ਸੀ ਕਿ ਕੋਈ ਵੀ ਵਕੀਲ ਇਹ ਗੱਲ ਮੰਨੂਗਾ। ਪਰ ਜਿਹੜਾ ਇੱਕ ਮੁੱਦਾ ਜਿਹਦੇ ਬਾਰੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਨਸਾਫ ਚਾਹੁੰਦੇ ਆ, ਅਸੀਂ ਚਾਹੁੰਦੇ ਆ ਸਹੀ ਹੋਏ, ਜਿਹੜਾ ਤੁਹਾਡੀ ਸਰਕਾਰ ਵੇਲੇ ਹੋਇਆ ਤੁਸੀਂ ਕੀਤਾ ਕੱਖ ਨਹੀਂ, ਤੁਹਾਡੇ ਭਾਈਵਾਲਾਂ ਨੇ ਵੀ 5 ਸਾਲ ਕੱਖ ਨਹੀਂ ਕੀਤਾ। ਬਟ ਤੁਸੀਂ ਕਹਿ ਰਹੇ ਹੋ ਕਿ ਉਹ ਅਸੀਂ ਸਹੀ ਕਰਨਾ ਚਾਹੁੰਦੇ ਆ, ਤੇ ਫਿਰ ਹੀ ਸ਼ੁੱਡ ਬੀ ਮੋਰ ਦੈਨ ਈਗਰ। ਕਹਿੰਦੇ ਮੈਂ ਅਫਸਰਾਂ ਨੂੰ ਫੋਨ ਕੀਤਾ, ਕਦੋਂ ਆਵਾਂ? ਜੇ ਅਫਸਰਾਂ ਨੂੰ ਫੋਨ ਕੀਤਾ ਹੁੰਦਾ ਭਾਈ ਸਾਹਿਬ ਤੁਹਾਨੂੰ ਦੁਬਾਰਾ ਨੋਟਿਸ ਭੇਜਣ ਦੀ ਲੋੜ ਨਾ ਪੈਂਦੀ। ਇਹ ਝੂਠ ਬੋਲਦੇ ਆ ਸਰ, ਇਹ ਡਰੇ ਹੋਏ ਨੇ। they have got lots of skeletons in their closet। and ਗੱਲ ਇਹ ਹੈ ਕਿ ਐਤਕੀ ਅਸੀਂ ਸਹੀ ਪਰਸਪੈਕਟਿਵ ਨਾਲ ਜਾਂਚ ਕਰ ਰਹੇ ਹਾਂ ਕਿ ਪਤਾ ਲੱਗੇ ਕੋਈ ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ ਬਚੂਗਾ ਨਹੀਂ, ਇਹ ਵਾਦਾ ਰਿਹਾ। ਐਂਡ ਬਾਦਲ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ, ਜੇ ਇੰਨੇ ਓਨੈਸਟ ਤੇ ਇੰਨੇ ਈਗਰ ਨੇ ਤਾਂ ਪਲੀਜ਼ ਕੱਲ ਸਵੇਰੇ ਆਪ ਜਾ ਕੇ ਤੁਸੀਂ ਦਫ਼ਤਰ ਜਾ ਕੇ ਘੰਟੀ ਮਾਰੋ ਕਿ ਲਓ ਸਰ ਮੈਂ ਆ ਗਿਆ ਗੱਲ ਕਰਨ ਨੂੰ। ਤੁਹਾਨੂੰ ਤਾਂ ਸਾਨੂੰ ਦੂਜੀ ਵਾਰੀ ਸਮਨ ਭੇਜਣਾ ਪੈ ਰਿਹਾ ਸਰਕਾਰ ਨੂੰ। ਤੁਸੀਂ ਗੱਲਾਂ ਕੀ ਕਰਦੇ ਹੋ ਕਿ ਮੈਂ ਫੋਨ ਕੀਤਾ ਅਫਸਰਾਂ ਨੂੰ, ਮੈਂ ਕਦੋਂ ਆਵਾਂ? ਤੁਸੀਂ ਧਮਕੀਆਂ ਦਿੱਤੀਆਂ। ਚਲੋ ਕਲੀਅਰ ਸਾਹਿਬ ਬੈਠੇ ਨੇ, ਜਵਾਬ ਲੈ ਲੈਣੇ ਆ। ਕਲੀਅਰ ਸਾਹਿਬ ਬੈਠੇ, ਕਲੀਅਰ ਸਾਹਿਬ ਜਵਾਬ ਦੇ ਦਿਓ ਮਾੜਾ ਜਿਹਾ, ਫਿਰ ਮੈਂ ਕਾਂਗਰਸ ਤੇ ਜਾਣਾ ਹੈ। ਜੀ ਮਕਸਦ ਬਿਲਕੁਲ ਸਾਫ਼ ਹੈ। ਤੁਸੀਂ ਮਕਸਦ ਪੁੱਛਦੇ ਸੀ, ਮਕਸਦ ਸਾਫ਼ ਹੈ। ਜਦੋਂ ਚੋਰਾਂ ਦੀ ਚੋਰੀ ਫੜੀ ਗਈ, ਐਕਸਾਈਜ਼ ਪਾਲਿਸੀ ਦਾ ਘੁਟਾਲਾ ਸਾਹਮਣੇ ਆ ਗਿਆ 500 ਕਰੋੜ ਦਾ, ਫਿਰ ਸਰਕਾਰੀ ਤੰਤਰ ਐਕਟੀਵੇਟ ਹੋ ਗਿਆ, ਫਿਰ ਉਹੀ ਪੁਰਾਣੀਆਂ ਗੱਲਾਂ ਕਿ ਜੀ ਇੱਕ ਜਾਂਚ ਚੱਲ ਰਹੀ ਹੈ ਜਿਸ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੰਮਨ, ਉਹ ਸੰਮਨ ਜਿਹੜਾ ਕਦੇ ਸਰਵੇ ਨਹੀਂ ਕਰਾਇਆ ਗਿਆ, ਉਹ ਸੰਮਨ ਜਿਹੜਾ ਕਿ ਮੀਡੀਆ ਨੂੰ ਸਰਕੂਲੇਟ ਕੀਤਾ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਰਸਨਲੀ ਸਰਵੇ ਨਹੀਂ ਕਰਾਇਆ। ਔਰ ਜਿਹੜੀ ਗੱਲ ਅਜੇ ਬਾਬ ਗਰੇਵਾਲ ਸਾਹਿਬ ਕਹਿੰਦੇ ਨੇ ਕਿ ਜੀ ਸਰਕਾਰ ਨੇ ਸੰਮਨ ਭੇਜਿਆ, ਬਿਲਕੁਲ ਸਹੀ ਗੱਲ ਕਹਿੰਦੇ ਨੇ। ਇਹ ਐਸਆਈਟੀ ਦਾ ਸੰਮਨ ਨਹੀਂ, ਆਪ ਹੀ ਮੰਨ ਗਏ ਨੇ ਸਰਕਾਰ ਨੇ ਸੰਮਨ ਭੇਜਿਆ। ਸੋ ਕੋਈ ਗੱਲ ਨਹੀਂ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੇ ਸੰਮਨ ਭੇਜਿਆ ਤਾਂ ਸਰਕਾਰ ਦਾ ਜਿਹੜਾ ਤੰਤਰ ਸਾਡੇ ਖਿਲਾਫ ਲੱਗਿਆ ਉਹਦਾ ਜਵਾਬ ਦਵਾਂਗੇ, ਅੱਗੇ ਵੀ ਦਿੱਤਾ, ਹੁਣ ਵੀ ਦਵਾਂਗੇ। ਪਰ ਵਿਜੇ ਜੀ ਮੇਰਾ ਇੱਕ ਸਵਾਲ ਹੈ ਇਹਨਾਂ ਨੂੰ ਕਿ ਇਹ ਜਿਹੜੀਆਂ ਜਾਂਚਾਂ ਦੀ ਗੱਲ ਕਰਦੇ ਨੇ, ਦੇਖੋ ਬੇਅਦਬੀਆਂ ਦੀ ਜਾਂਚ ਮੁਕੰਮਲ ਹੋ ਗਈ, ਭਗਵੰਤ ਮਾਨ ਨੇ ਫਾਈਨਲ ਰਿਪੋਰਟ ਦੇਤੀ, ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨਾਮ ਨਹੀਂ। ਬਹਿਬਲ ਕਲਾਂ ਦੇ ਵਿੱਚ ਚਲਾਨ ਪੇਸ਼ ਹੋ ਚੁੱਕੇ ਨੇ, ਪੁਲਿਸ ਵਾਲਿਆਂ ਦੀ ਟ੍ਰਾਇਲ ਚੱਲ ਰਹੀ ਹੈ। ਔਰ ਜਿਹੜਾ ਕੋਟਕਪੂਰਾ ਹੈ ਉੱਥੇ ਐਸਡੀਐਮ ਸਾਹਿਬ ਕਹਿੰਦੇ ਜੀ ਮੈਂ ਗੋਲੀ ਚਲਾਉਣ ਦੇ ਹੁਕਮ ਦਿੱਤੇ ਨੇ, ਲਾਅ ਐਂਡ ਆਰਡਰ ਨੂੰ ਦੇਖ ਕੇ ਦਿੱਤੇ ਨੇ, ਪਰ ਇਹ ਕਹਿੰਦੇ ਨਹੀਂ ਜੀ ਤੁਸੀਂ ਚਾਹੇ ਕਹਿੰਦੇ ਹੋ ਕਿ ਦਿੱਤੇ ਨੇ ਪਰ ਸਾਡਾ ਮਕਸਦ ਪੋਲੀਟੀਕਲ ਹੈ, ਅਸੀਂ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਕਰਨਾ ਹੈ। ਤੇ ਅੱਜ ਮੈਨੂੰ ਬਾਬ ਗਰੇਵਾਲ ਸਾਹਿਬ ਜਵਾਬ ਦੇ ਦੇਣ ਔਰ ਕੁਲਦੀਪ ਧਾਲੀਵਾਲ ਸਾਹਿਬ ਜਵਾਬ ਦੇ ਦੇਣ, ਜਿਹੜੇ ਬਹੁਤ ਵੱਡੀਆਂ ਗੱਲਾਂ ਕਰਦੇ ਨੇ ਕਿ ਜਿਹੜੀ ਫਿਰ ਪਟਿਆਲੇ ਗੋਲੀ ਚੱਲੀ ਹੈ, ਕੁਲਦੀਪ ਧਾਲੀਵਾਲ ਸਾਹਿਬ ਤੁਸੀਂ ਗਵਾਹ ਬਣ ਜਾਓ, ਫਿਰ ਉਹ ਵੀ ਤਾਂ ਮੁੱਖ ਮੰਤਰੀ ਦੇ ਹੁਕਮਾਂ ਤੇ ਚੱਲੀ ਹੈ। ਜਿੱਥੇ ਐਸਐਸਪੀ ਨੇ AK-47 ਚਲਾਈ ਹੈ, ਐਸਐਸਪੀ ਨੂੰ ਤੁਸੀਂ ਉੱਥੋਂ ਬਦਲਿਆ, ਫਿਰ ਉਹ ਮੁੱਖ ਮੰਤਰੀ ਦੇ ਹੁਕਮ ਤੇ ਚੱਲੀ ਹੈ। ਬੁਲਾਓ ਮੁੱਖ ਮੰਤਰੀ ਨੂੰ, ਕਰੋ ਇਨਵੈਸਟੀਗੇਸ਼ਨ। ਅਸਲ ਚ ਵਿਜੇਪਾਲ ਜੀ ਇਹ ਜਿਹੜੀ ਜਾਂਚ ਹੈ ਗਰੇਵਾਲ ਗੋਲੀकांड ਦੀ, ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਇੱਕ ਗੱਲ ਕਿ ਛੋਟੀ ਜੀ, ਇਹ ਜਾਂਚ ਇਹਨਾਂ ਨੇ ਇੱਕ ਸਿਆਸੀ ਹਥਿਆਰ ਬਣਾ ਲਿਆ
ਪਹਿਲਾਂ ਕਾਂਗਰਸ ਨੇ 5 ਸਾਲ ਕਿ ਜਿਹੜੇ ਵਾਅਦੇ ਪੂਰੇ ਕੀਤੇ ਉਹ ਪੂਰੇ ਨਹੀਂ ਕੀਤੇ। ਜੇ ਕਿਸੇ ਨੇ ਵਾਅਦਿਆਂ ਬਾਰੇ ਚਲੋ ਮੈਂ ਕਾਂਗਰਸ ਕੋਲੇ ਵੀ ਆ ਰਿਹਾ, ਚੱਲ ਰਹੀ ਹੈ, ਕਾਂਗਰਸ ਕੋਲੇ ਵੀ ਆ ਰਹੇ। ਗਰੇਵਾਲ ਸਾਹਿਬ ਕੁਝ ਐਡ ਕਰਨਾ ਚਾਹ ਰਹੇ ਨੇ? ਗਰੇਵਾਲ ਸਾਹਿਬ ਜ਼ਿਆਦਾ ਲੰਬਾ ਲੋਕ ਮੁੱਦਿਆਂ ਤੋਂ ਧਿਆਨ ਜ਼ਿਆਦਾ ਲੰਬਾ ਨਹੀਂ, ਮੈਂ ਖੜਿਆਲ ਸਾਹਿਬ ਤੋਂ ਜਵਾਬ ਲੈਣਾ ਜੀ। ਸਿਰਫ 3 ਪੁਆਇੰਟ ਨੇ ਜਿਹੜੀ ਇਹ ਕਹਿੰਦੇ ਨਾ ਐਕਸਾਈਜ਼ ਪਾਲਿਸੀ ਹਾਲੇ ਥਈ ਤੁਹਾਡੇ ਭਾਈਵਾਲ ਦਿੱਲੀ ਨਹੀਂ ਐਕਸਾਈਜ਼ ਪਾਲਿਸੀ ਤੇ ਨਹੀਂ ਜਾਣਾ ਮੈਂ ਸੌਰੀ ਗਰੇਵਾਲ ਸਾਹਿਬ, ਮੈਂ ਐਕਸਾਈਜ਼ ਪਾਲਿਸੀ ਤੇ ਜਾਣਾ ਹੀ ਨਹੀਂ। ਉਹਨਾਂ ਨੇ ਜ਼ਿਕਰ ਕਰਤਾ, ਆਪਾਂ ਨਹੀਂ ਉਹਦਾ ਨਾ ਜ਼ਿਕਰ ਕਰੋ ਪਲੀਜ਼। ਨਹੀਂ ਕਰਦਾ ਸੰਮਨ ਜਿਹੜੇ ਅਫਸਰ ਨੇ ਬਾਹਰ ਲਾਇਆ ਨਾ ਫੋਨ ਨੰਬਰ ਦੇ ਸਾਰਾ ਜਿਹਨੂੰ ਕਿਹਾ ਗਿਆ ਸੀਗਾ ਕਿ ਅਸੀਂ ਉਹ ਬਾਦਲ ਸਾਹਿਬ ਹੈ ਨਹੀਂ ਗੇ। ਪ੍ਰੋਗਰੈਸ ਰਿਪੋਰਟ ਦੀ ਤੁਸੀਂ ਗੱਲ ਕਰਦੇ ਹੋ ਜਿਹੜੀ ਆਪਾਂ ਇਹਦੇ ਚ ਕਾਂਡ ਚ ਦਿੱਤੀ ਸੀਗੀ, ਬੇਅਦਬੀ ਕਾਂਡ ਚ, ਐਂਡ ਜਿਹੜਾ ਤੁਸੀਂ ਐਸਡੀਐਮ ਸਾਹਿਬ ਦਾ ਬਾਰ-ਬਾਰ ਜ਼ਿਕਰ ਕਰ ਰਹੇ ਹੋ ਬਿਲਕੁਲ ਸਹੀ ਹੈ, ਪਰ ਜਿਹੜੀ ਦੂਜੇ ਪਾਸੇ ਜਿਹੜੇ 2 ਬੰਦੇ ਸ਼ਹੀਦ ਕੀਤੇ ਗਏ ਨੇ ਐਸਡੀਐਮ ਸਾਹਿਬ ਦੀ ਫਾਇਰਿੰਗ ਚ, ਜਿਹੜੇ ਬੰਦੇ ਜ਼ਖਮੀ ਹੋਏ ਸੀ, ਲਾਅ ਐਂਡ ਆਰਡਰ ਸਿਚੁਏਸ਼ਨ ਸੀ, ਪਰ ਦੂਜੇ ਪਾਸੇ ਜਿਹੜੇ ਬੰਦੇ ਮਰੇ ਨੇ ਉਹ ਮਰੇ ਨੇ ਵਿਦ ਸਨਾਈਪਰ ਰਾਈਫਲਸ। ਸਰ ਜੜ ਤੇ ਤਾਂ ਇੱਥੇ ਪਹੁੰਚਣਾ ਕਿ ਇਹਦੇ ਪਿੱਛੇ ਸਿਆਸੀ ਸਾਜ਼ਿਸ਼ ਕੀ ਸੀ। ਸਿਆਸੀ ਸਾਜ਼ਿਸ਼ ਇਹ ਸੀ ਕਿ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰਕੇ ਇਲੈਕਸ਼ਨ ਰਿਜ਼ਲਟ ਬਦਲਣਾ ਚਾਹੁੰਦੇ ਸੀ, ਤੁਸੀਂ ਆਪਣੇ ਭਾਈਵਾਲ ਲੈਣ ਚਾਹੁੰਦੇ ਸੀ। ਉਹ ਭਾਈਵਾਲ ਆਏ ਤੇ ਉਹਨਾਂ ਨੇ 5 ਸਾਲ ਤੁਹਾਨੂੰ ਬਚਾਇਆ, ਪਰ ਪੰਜਾਬ ਦੇ ਲੋਕ ਅੱਜ ਬਹੁਤ ਗਰੇਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਬਰਾੜ ਸਾਹਿਬ ਕਿ ਐਸਆਈਟੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਗਰੇਵਾਲ ਸਾਹਿਬ ਤੇ ਆਮ ਆਦਮੀ ਪਾਰਟੀ ਕਰ ਰਹੀ ਹੈ? ਇਹ ਬਰਾੜ ਸਾਹਿਬ ਮੈਨੂੰ ਦੱਸ ਦਿਓ। ਚਲੋ ਮੈਂ ਖੜਿਆਲ ਸਾਹਿਬ ਕੋਲੇ ਆ ਰਿਹਾ ਜੀ ਕਿ ਜਿਹੜੀ ਐਸਆਈਟੀ ਇਨਵੈਸਟੀਗੇਸ਼ਨ ਹੈ ਉਹ ਗਰੇਵਾਲ ਸਾਹਿਬ ਨੂੰ ਸਾਰੀ ਪਤਾ ਕਿ ਕੀ ਹੋ ਰਹੀ ਹੈ, ਅੱਗੇ ਗੱਲ ਕਰਦੇ ਗਰੇਵਾਲ ਸਾਹਿਬ ਕਰ ਰਹੇ ਨੇ। ਆਮ ਆਦਮੀ ਪਾਰਟੀ ਗਰੇਵਾਲ ਸਾਹਿਬ ਆਪਾਂ ਅੱਗੇ ਗੱਲ ਕਰਦੇ। ਖੜਿਆਲ ਸਾਹਿਬ 2 ਹੋਰ ਮਹਿਮਾਨ ਵੀ ਨੇ, ਉਹਨਾਂ ਨੂੰ ਵੀ ਆਪਣੇ ਵਿਚਾਰ ਰੱਖ ਲੈਣ ਦਿਓ ਪਲੀਜ਼। ਖੜਿਆਲ ਸਾਹਿਬ ਦੇਖੋ, ਪਹਿਲੀ ਗੱਲ ਇਹ ਜੀ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਿਆ ਸੀਗਾ ਤੇ ਜਸਟਿਸ ਜ਼ੋਰਾ ਸਿੰਘ ਜੀ ਨੇ ਬਾਅਦ ਦੇ ਵਿੱਚ ਦੱਸਿਆ ਵੀ ਜਿਹੜੇ ਫਾਇਰਿੰਗ ਇਨਸੀਡੈਂਟਸ ਹੈ ਤੇ ਬੇਅਦਬੀ ਮਾਮਲਾ ਹੈ, ਇਹ ਦੋਵਾਂ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸਹੀ ਤਰੀਕੇ ਨਾਲ ਨਹੀਂ ਹੋਈ ਬਾਈ ਐਸਏਡੀ ਬੀਜੇਪੀ ਰਜੀਮ। ਦੂਜਾ, ਇਨਵੈਸਟੀਗੇਟਿੰਗ ਆਫੀਸਰਸ ਐਸਐਸਪੀ ਤੇ ਡੀਐਸਪੀ ਕਮਿਸ਼ਨ ਦੇ ਮੂਹਰੇ ਪੇਸ਼ ਹੋਏ, ਉਹਨਾਂ ਨੇ ਵੀ ਕਿਹਾ ਵੀ ਮੈਰਿਟਸ ਦੇ ਬੇਸਿਸ ਤੇ ਇਨਵੈਸਟੀਗੇਸ਼ਨ ਕੈਰੀ ਆਊਟ ਨਹੀਂ ਹੋ ਰਹੀ। ਸਾਡੀ ਸਿਰਫ ਇੰਨੀ ਅਪੀਲ ਹੈ ਸ਼੍ਰੋਮਣੀ ਅਕਾਲੀ ਦਲ ਨੂੰ, ਜੇ ਤੁਸੀਂ ਕਹਿੰਦੇ ਹੋ ਵੀ ਕੁਝ ਕੀਤਾ ਨਹੀਂ, ਕੁਝ ਲੈਣ ਦੇਣ ਨਹੀਂ ਹੈ, ਤਾਂ ਵੋਲੰਟੈਰਲੀ ਜਾ ਕੇ ਉੱਥੇ ਅਸਿਸਟ ਕਰੋ ਸਿਟ ਨੂੰ। ਕਿਉਂਕਿ ਬੈਕ ਇਨ ਦ ਡੇ ਜੋ ਤੁਸੀਂ ਕਹਿ ਰਹੇ ਹੋ ਕਿ ਅਸੀਂ ਕਰਾਂਗੇ ਵੋਲੰਟੈਰਲੀ ਜਾ ਕੇ ਜੁਆਇਨ ਕਰਾਂਗੇ, ਅਸਿਸਟ ਕਰਾਂਗੇ, ਹੈਲਪ ਕਰਾਂਗੇ, ਬੈਕ ਇਨ ਦ ਡੇ ਵੱਡੇ ਬਾਦਲ ਸਾਹਿਬ ਨੇ ਵੀ ਜਦੋਂ ਸਿਟ ਬੁਲਾਉਂਦੀ ਸੀ, ਬਾਦਲ ਸਾਹਿਬ ਕਹਿੰਦੇ ਸੀਗੇ ਵੀ ਮੇਰੀ ਤਬੀਅਤ ਠੀਕ ਨਹੀਂ, ਤੇ ਉਦੋਂ ਹੀ ਮਾਇਆਵਤੀ ਜੀ ਨਾਲ ਉਹਨਾਂ ਦੀਆਂ ਕਨਵਰਸੇਸ਼ਨਸ ਵੀ ਵੀਡੀਓਜ਼ ਵੀ ਦਿਖਦੀਆਂ ਸੀਗੀਆਂ ਤੇ ਉਹਨਾਂ ਨੂੰ ਕਹਿੰਦੇ ਸੀ ਬਹੁਤ ਅੱਛਾ, ਮੇਰਾ ਸਿਹਤ ਬਹੁਤ ਅੱਛੀ, ਆਪ ਆਈਏ ਕभी ਖਾਣੇ पे। ਸੋ देयरफॉर आप अपना श्रोमणी अकाली दल असिस्ट करे वॉलंटरली ਤੇ ਜਿਹੜਾ ਦੁੱਧ ਦਾ ਪਾਣੀ ਦਾ ਪਾਣੀ ਆਪੇ ਹੋ ਜਾਊਗਾ। ਜਿੱਥੋਂ ਤੱਕ ਕਾਂਗਰਸ ਪਾਰਟੀ ਦੀ ਗੱਲ ਹੈ, ਬੈਕ ਇਨ ਦ ਡੇ ਕਾਂਗਰਸ ਪਾਰਟੀ ਦੀ ਗੱਲ ਕਰ ਰਹੇ ਹੈ, ਅਸੀਂ ਟਾਈਮ ਤੇ ਸਿਟ ਬਣਾਈ, ਟਾਈਮ ਤੇ ਇਨਵੈਸਟੀਗੇਸ਼ਨ ਹੋਈ ਤੇ ਚਲਾਨ ਪੇਸ਼ ਹੋਇਆ। ਉਹ ਤੋਂ ਬਾਅਦ ਤੁਹਾਡੇ ਪ੍ਰਧਾਨ ਅੱਜ ਕਹਿ ਗਏ, ਖੜਿਆਲ ਸਾਹਿਬ ਤੁਹਾਡੇ ਪ੍ਰਧਾਨ ਅੱਜ ਕਹਿ ਗਏ ਕਿ ਸਾਡੇ ਅਸੀਂ ਕੁਝ ਨਹੀਂ ਕਰ ਸਕੇ। ਮੈਂ ਉੱਥੇ ਆ ਰਿਹਾ ਅਸੀਂ ਬਣਾਤਾ, ਚਲਾਨ ਪੇਸ਼ ਹੋ ਗਿਆ, ਹਾਈ ਕੋਰਟ ਨੇ ਉਹ ਤੋਂ ਬਾਅਦ ਉਹਨੂੰ ਕੋਸ਼ ਕਰਤਾ। ਹੁਣ ਅਸੀਂ ਤਾਂ ਸਾਹਿਬ ਜੁਡੀਸ਼ਰੀ ਦੇ ਵਿੱਚ ਜਾ ਨਹੀਂ ਸਕਦੇ, ਇੰਟਰਫੇਅਰ ਕਰ ਨਹੀਂ ਸਕਦੇ ਰਿਆਨ ਦੇ ਵਿੱਚ। ਫਿਰ ਇਹ ਗੱਲ ਤੁਹਾਡੇ ਪ੍ਰਧਾਨ ਕਿਉਂ ਨਹੀਂ ਕਹਿ ਰਹੇ? ਫਿਰ ਇਹ ਗੱਲ ਤੁਹਾਡੇ ਪ੍ਰਧਾਨ ਕਿਉਂ ਨਹੀਂ ਕਹਿ ਰਹੇ? ਉਹ ਕਿਉਂ 2 ਲਾਈਨਾਂ 'ਚ ਕਹਿ ਰਹੇ ਨੇ ਵੀ ਸਾਡੇ ਤੋਂ ਕੁਝ ਹੋਇਆ ਹੀ ਨਹੀਂ? ਉਹ ਤੋਂ ਬਾਅਦ ਮੈਂ ਦੱਸਦਾ, ਉਹ ਤੋਂ ਬਾਅਦ ਸਾਰਾ ਕੁਝ ਰੀਸਟਾਰਟ ਹੋ ਗਿਆ। देयरफॉर ਪ੍ਰੋਸੀਡਿੰਗ ਜਦੋਂ ਰੀਸਟਾਰਟ ਹੋ ਗਈ, ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖਟਖਟਾਇਆ, ਆਪਦੇ ਵੱਲੋਂ ਜੋ ਕਰ ਸਕਦੇ ਸੀ ਕੀਤਾ, ਲੇਕਿਨ ਵੀ ਕੁਡ ਨਾਟ ਬੇਅਰ ਦ ਫਰੂਟ। ਉਹਦਾ ਫਰੂਇਸ਼ਨ ਨਹੀਂ ਹੋਈ। ਇੱਕ ਮਿੰਟ ਕਾਈਂਡਲੀ, ਉਹਨੂੰ ਫਰੂਟ ਨਹੀਂ ਮਿਲਿਆ, ਪਰ ਵੀ ਟ੍ਰਾਈਡ, ਵੀ ਅਟੈਂਪਟਡ। ਦੂਜਾ, ਆਮ ਆਦਮੀ ਪਾਰਟੀ ਨੂੰ 3 ਸਵਾਲ। ਆਮ ਆਦਮੀ ਪਾਰਟੀ ਪਹਿਲਾਂ ਤਾਂ ਇਹ ਦੱਸੇ ਵੀ 24 ਘੰਟੇ ਦੇ ਵਿੱਚ ਕਿਹਾ ਸੀ ਬੇਅਦਬੀ ਮਾਮਲੇ 'ਚ ਇਨਸਾਫ ਹੋਊਗਾ, ਅੱਜ 5 ਮਹੀਨੇ ਜ਼ਿਆਦਾ ਹੋ ਗਏ, ਕਿਉਂ ਹੋਏ ਤੇ ਕਿਉਂ ਝੂਠ ਬੋਲਿਆ ਦੀ ਮਾਫੀ ਗਰੇਵਾਲ ਸਾਹਿਬ ਇੱਥੇ ਮੰਗਣ। ਦੂਜਾ, ਆਮ ਆਦਮੀ ਪਾਰਟੀ ਇਹ ਦੱਸੇ ਵੀ ਜਿਵੇਂ ਅਸੀਂ ਟਾਈਮ ਬਾਉਂਡ ਕੀਤਾ ਸੀਗਾ, ਤੁਸੀਂ ਸਿੱਟ ਨੂੰ ਕਿਉਂ ਨਹੀਂ ਕਹਿੰਦੇ ਵੀ ਟਾਈਮ ਬਾਉਂਡ ਮੈਨਰ ਦੇ ਵਿੱਚ ਇਨਵੈਸਟੀਗੇਸ਼ਨ ਕਰੋ। ਤੇ ਤੀਜਾ ਸਵਾਲ, ਕਿਉਂ ਨਹੀਂ ਇਹ ਫਾਸਟ ਟਰੈਕ ਡਿਸਪੋਜ਼ਲ ਦੀ ਮੰਗ ਕਰਦੇ ਵੀ ਕੇਸ ਦੇ ਵਿੱਚ ਫਾਸਟ ਟਰੈਕ ਡਿਸਪੋਜ਼ਲ ਹੋਵੇ ਤਾਂ ਕਿ ਜਲਦ ਤੋਂ ਜਲਦ ਜਿਨ੍ਹਾਂ ਨੇ ਗਲਤ ਕੀਤਾ। ਠੀਕ ਹੈ ਤੁਹਾਡੀ ਗੱਲ ਹੋ ਗਈ। ਜੈਬੰਸ ਜੀ ਥੈਂਕ ਯੂ ਵਿਜੇ ਜੀ। ਦੇਖੋ ਵਿਜੇ ਜੀ, ਏਦਾਂ ਹੈ ਕਿ ਅਸੀਂ ਸਾਰੇ ਜਿਹੜੇ ਇੱਥੇ ਬੈਠੇ ਆ, ਸਾਰਿਆਂ ਨੂੰ ਪੂਰੇ ਕੇਸਿਸ ਦੇ ਬਾਰੇ ਬਿਲਕੁਲ ਅੱਛੀ ਤਰ੍ਹਾਂ ਦੀ ਪਤਾ ਹੈ ਤੇ ਮੈਂ ਕੇਸ ਦੀ ਨਿਟੀ-ਗ੍ਰਿਟੀ 'ਚ ਨਹੀਂ ਜਾਵਾਂਗਾ। ਮੇਰੇ 3-4 ਬੜੇ ਇੰਪੋਰਟੈਂਟ ਪੁਆਇੰਟ ਨੇ ਜੀ। ਮੇਰਾ ਇੱਕ ਪੁਆਇੰਟ ਹੈ, ਪਹਿਲਾ ਪੁਆਇੰਟ ਹੈ ਕਿ ਬਹੁਤ ਸੈਂਸਿਟਿਵ ਇਸ਼ੂ ਹੈ ਇਹ ਜਿਹੜਾ ਸੈਕਟਰੀਏਟ ਕੇਸ ਹੈ, ਬੇਅਦਬੀ ਦਾ ਕੇਸ ਹੈ, ਇਹ ਬਹੁਤ ਸੈਂਸਿਟਿਵ ਹੈ ਤੇ ਇਹਦੇ ਵਿੱਚ ਜਲਦਬਾਜ਼ੀ ਦੇ ਵਿੱਚ ਕੋਈ ਡਿਸੀਜਨਸ ਲੈ ਕੇ ਫਿਰ ਉਹਨਾਂ ਡਿਸੀਜਨਸ ਨੂੰ ਵਾਪਸ ਲੈ ਕੇ ਜਾਣਾ, ਇਹਨਾਂ ਚੀਜ਼ਾਂ ਦੇ ਨਾਲ ਲੋਕਾਂ ਦਾ ਜਿਹੜਾ ਹੈ ਨਾ ਪੀਪਲ ਫੀਲ ਵੈਰੀ ਬੈਡ ਅਬਾਊਟ ਇਟ। ਲੋਕ ਕਹਿੰਦੇ ਨੇ ਕਿ ਚੰਗੀ ਇੱਕ ਇਨਵੈਸਟੀਗੇਸ਼ਨ ਹੋਏ ਤੇ ਇਨਵੈਸਟੀਗੇਸ਼ਨ ਦਾ ਕੋਈ ਰਿਜ਼ਲਟ ਨਿਕਲੇ।
ਸੋ ਮੈਂ ਇਹ ਚਾਹੁੰਦਾ ਕਿ ਅਗਰ ਇਹਨਾਂ ਨੇ ਫੜਨਾ ਹੈ ਸੁਖਬੀਰ ਬਾਦਲ ਨੂੰ ਜਾਂ ਕਿਸੇ ਨੂੰ ਵੀ ਤੇ ਦੇ ਸ਼ੁੱਡ ਹੈਵ ਫੁੱਲ ਪ੍ਰੂਫ ਐਵੀਡੈਂਸ ਤਾਂ ਕਿ ਉਸ ਬੰਦੇ ਨੂੰ ਫੜ ਕੇ ਅੰਦਰ ਰੱਖ ਸਕਣ ਤੇ ਅਦਰਵਾਈਜ਼ ਇਹ ਸੋਚਿਆ ਜਾਏਗਾ ਕਿ ਇਹ ਜੋ ਕਹਿ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਕੀ ਇਹਦੇ ਸਿਆਸਤ ਕਿਹੜੀ ਜਾ ਰਹੀ ਹੈ, ਰਾਜਨੀਤੀ ਹੈ ਤੇ ਇਹਦੇ ਸੈਂਸਿਟਿਵ ਕੇਸ ਦੇ ਵਿੱਚ ਐਸੀ ਰਾਜਨੀਤੀ ਖੇਡਣੀ ਮੇਰੇ ਹਿਸਾਬ ਦੇ ਨਾਲ ਤੇ ਬਿਲਕੁਲ ਠੀਕ ਨਹੀਂ ਹੈ। ਤੁਸੀਂ ਜੈ ਬਸ ਜੀ, ਮੇਰਾ ਤੁਹਾਡੇ ਤੋਂ ਸਿੱਧਾ ਸਵਾਲ ਹੈ, ਨਾਲ ਚੱਲਣਾ ਪਏਗਾ। ਇੱਕ ਸੈਕਿੰਡ, ਚਲੋ ਆਮ ਆਦਮੀ ਪਾਰਟੀ ਨੇ ਹੁਣ ਕਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਨੀ ਹੈ ਉਹਨਾਂ ਨੇ ਦੇਖਣਾ ਹੈ। ਅਸਲ ਦੇ ਵਿੱਚ ਮੇਰਾ ਸਵਾਲ ਤੁਹਾਡੇ ਤੋਂ ਸਿੱਧਾ ਇਹ ਹੈ ਕਿ ਉਸ ਵੇਲੇ ਤੁਸੀਂ ਵੀ ਭਾਈਵਾਲੀ ਦੇ ਵਿੱਚ ਸੀ, ਤੁਸੀਂ ਵੀ ਸਰਕਾਰ ਦੇ ਵਿੱਚ ਸੀਗੇ, ਕਿ ਤੁਸੀਂ ਇਹ ਮੰਨਦੇ ਹੋ ਵੀ ਜ਼ਿੰਮੇਵਾਰੀ ਉਸ ਵੇਲੇ ਸਭ ਦੀ ਸੀ, ਕਲੈਕਟਿਵ ਜ਼ਿੰਮੇਵਾਰੀ ਸੀ, ਜਾਂ ਜਿਸ ਤਰੀਕੇ ਨਾਲ ਆਮ ਆਦਮੀ ਅੱਜ ਪਾਰਟੀ ਕਹਿ ਰਹੀ ਹੈ ਕਿ ਉਸ ਵੇਲੇ ਦੇ ਗ੍ਰਹਿ ਮੰਤਰੀ ਜ਼ਿੰਮੇਵਾਰ ਨੇ, ਇਸ ਕਰਕੇ ਸੁਖਬੀਰ ਬਾਦਲ ਨੂੰ ਉਸ ਦੇ ਵਿੱਚ ਜ਼ਿੰਮੇਦਾਰ ਬਣਾਉਣਾ ਚਾਹੀਦਾ? ਵਿਜੇ ਜੀ ਦੇਖੋ, ਜਦੋਂ ਗਵਰਨਮੈਂਟ ਦੀ ਕੋਈ ਕੇਸ ਹੁੰਦੀ ਹੈ ਨਾ, ਜਦੋਂ ਕੋਈ ਪੋਲੀਟੀਕਲ ਇਸ਼ੂ ਹੁੰਦਾ ਹੈ ਉਹਦੇ ਵਿੱਚ ਕਲੈਕਟਿਵਲੀ ਜਿਹੜੀ ਪਾਰਟੀ ਹੈ ਤੇ ਕੋਲੀਸ਼ਨ ਉਹਦੇ ਵਿੱਚ ਇਨਵੋਲਵ ਹੁੰਦੀ ਹੈ। ਇਹ ਇੱਕ ਲਾਅ ਐਂਡ ਆਰਡਰ ਦਾ ਕੇਸ ਹੈ ਤੇ ਲਾਅ ਐਂਡ ਆਰਡਰ ਕੇਸ ਦੇ ਵਿੱਚ ਆਪਣੇ ਅਬਾਬ ਗਰੇਵਾਲ ਜੀ ਇਜ਼ ਵੈਰੀ ਰਾਈਟ। ਉਹਦੇ ਵਿੱਚ ਜਿਹੜਾ ਐਗਜ਼ੈਕਟਿਵ ਅਥਾਰਟੀ ਹੈ ਹੋਮ ਮਿਨਿਸਟਰ, ਤੇ ਹੋਮ ਮਿਨਿਸਟਰ ਦੇ ਥੱਲੇ ਪੂਰੀ ਜਿਹੜੀ ਲਾਈਨਅਪ ਹੈਗੀ ਹੈ ਪੁਲਿਸ ਫੋਰਸ ਦੀ, ਨਾਲ ਐਸਡੀਐਮ ਐਂਡ ਐਡਮਿਨਿਸਟ੍ਰੇਸ਼ਨ, ਉਹਨਾਂ ਦੀ ਜਵਾਬਦਾਰੀ ਹੈਗੀ ਜ਼ਿਆਦਾ ਹੈ। ਅਸੀਂ ਮਤਲਬ ਇਹ ਕੋਈ ਪਾਲਿਸੀ ਡਿਸੀਜਨ ਨਹੀਂ ਸੀ ਕਿ ਦੋਨੋਂ ਪਾਰਟੀਆਂ ਦੀ ਇਕੱਠੀ ਮਿਲ ਕੇ ਕਿ ਅਸੀਂ ਬਹਿਬਲ ਕਲਾਂ ਦੇ ਵਿੱਚ ਫਾਇਰਿੰਗ ਕਰਾਣੀ ਹੈ। ਸੋ ਦੈਟ ਡਿਫਰੈਂਸ ਜੋ ਹੈ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ, ਇਹ ਪਤਾ ਕਰਨਾ ਬਹੁਤ ਜ਼ਰੂਰੀ ਹੈ। ਦੂਸਰੀ ਗੱਲ ਜਿਹੜੀ ਮੇਰੇ ਤੁਹਾਡੇ ਕੁਐਸਚਨ ਤੋਂ ਪਹਿਲੇ ਮੈਂ ਇਹ ਕਰਨੀ ਸੀਗੀ ਕਿ ਇਹ ਜਿਹੜਾ ਪੋਲੀਟੀਕਲ ਵੈਂਡੇਟਾ ਦੀਆਂ ਗੱਲਾਂ ਅਸੀਂ ਹਮੇਸ਼ਾ ਕਰ ਦਿੰਦੇ ਆ। ਜਦੋਂ ਵੀ ਕੋਈ ਲੀਡਰ ਫੜਿਆ ਜਾਂਦਾ ਹੈ ਤੇ ਅਸੀਂ ਦੂਸਰੀਆਂ ਪਾਰਟੀਆਂ, ਜਿਹੜੇ ਪਾਰਟੀ ਦਾ ਲੀਡਰ ਫੜਿਆ ਜਾਂਦਾ ਉਹ ਪੋਲੀਟੀਕਲ ਵੈਂਡੇਟਾ ਤੇ ਆ ਜਾਂਦਾ ਹੈ। ਤੁਸੀਂ ਕੋਈ ਠੋਸ ਚੀਜ਼ ਰੱਖੋ, ਆਪਣਾ ਜੋ ਵੀ ਇਹ ਨਹੀਂ ਕਿ ਸਬਜੂਡਿਸ ਮੈਟਰ ਹੈਗਾ ਤੇ ਉਹ ਲੈਟ ਦ ਕੋਰਟ ਐਂਡ ਦ ਪੁਲਿਸ ਡੂ देयर ਜੌਬ। ਉਹਨਾਂ ਦੀ ਜੌਬ ਦੇ ਵਿੱਚ ਅੱਗੇ ਐਵੇਂ ਅੜਚਨਾ ਪਾਉਣ ਦੀ ਕੋਸ਼ਿਸ਼ ਤੇ ਪੋਲੀਟੀਕਲ ਪ੍ਰੈਸ਼ਰ ਲਿਆਉਣ ਦੀ ਨਾ ਕੋਸ਼ਿਸ਼ ਕਰੋ। ਇਹ ਗੱਲ ਆਮ ਆਦਮੀ ਪਾਰਟੀ ਨੂੰ ਵੀ ਅਪਲਾਈ ਕਰਦੀ ਹੈ। ਹਾਂ, ਉਹੀ ਮੈਂ ਕਹਿਣ ਲੱਗਿਆ ਸੀ, ਇਹ ਤਾਂ ਸਾਰੇ ਹੀ ਕਹਿ ਰਹੇ ਨੇ। ਇਹ ਤੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਦਿੱਲੀ 'ਚ ਸਾਡੇ ਨਾਲ ਪੋਲੀਟੀਕਲ ਵੈਂਡੇਟਾ ਹੋ ਰਿਹਾ। ਨਹੀਂ ਤਾਂ ਉਹ ਗਲਤ ਹੈ ਨਾ। ਉਹੀ ਤੇ ਮੇਰਾ ਪੁਆਇੰਟ ਹੈ ਕਿ ਜਿੱਥੇ ਵੀ ਕੋਈ ਕਿਸੇ ਨੂੰ ਫੜਿਆ ਜਾਂਦਾ ਹੈ ਉਹਨੂੰ ਬੰਦੇ ਨੂੰ ਲਾਅ ਨੂੰ ਰਿਸਪੈਕਟ ਕਰਨਾ ਚਾਹੀਦਾ ਹੈ ਤੇ ਲਾਅ ਨੂੰ ਰਿਸਪੈਕਟ ਕਰਕੇ ਤੇ ਜੋ ਪੁਲਿਸ ਦੇ ਕੰਮ ਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਹ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਸਮਝਣਾ ਚਾਹੀਦਾ, ਕਿਉਂਕਿ ਸਭ ਤੋਂ ਜ਼ਿਆਦਾ ਸ਼ੋਰ ਇਹੋ ਹੀ ਪਾਉਂਦੇ ਨੇ। ਜੀ ਗਰੇਵਾਲ ਸਾਹਿਬ ਜਵਾਬ ਦੇ ਦਿਓ। ਜੀ ਦੇਖੋ ਬਾਬਾ ਇਕੱਠੇ ਹੋ ਗਏ ਸਵਾਲ। ਬਿਲਕੁਲ, ਮੈਂ ਲਿਖੇ ਹੋਏ ਜੀ ਜਿਹੜੇ ਸਵਾਲ ਮੈਂ ਲਿਖੇ ਹੋਏ ਨੇ। ਪਹਿਲੀ ਗੱਲ, ਅਸੀਂ ਬਾਰ-ਬਾਰ ਇਹ ਕਹਿੰਦੇ ਤੁਸੀਂ ਜਿਹਨੂੰ ਵੀ ਵਰਤਣਾ ਵਰਤੋ, ਅਸੀਂ ਕੋਆਪਰੇਟ ਕਰਾਂਗੇ। ਅਸੀਂ ਕਹਿੰਦੇ ਵੈਂਡੇਟਾ ਤੁਸੀਂ ਕਰ ਰਹੇ ਹੋ, ਜਿਵੇਂ ਨਾ ਆਕਟੋਪਸ ਦੀਆਂ 8 ਲੱਤਾਂ ਹੁੰਦੀਆਂ ਨੇ, ਸੀਬੀ ਤੇ ਉਹੀ ਸੁਖਬੀਰ ਬਾਦਲ ਕਹਿ ਰਹੇ ਨੇ ਅਸੀਂ ਕੋਆਪਰੇਟ ਕਰਾਂਗੇ। ਸੁਖਬੀਰ ਬਾਦਲ ਨੇ ਉਹ ਕਹਿੰਦੇ ਮੈਨੂੰ ਜਦੋਂ ਮਰਜ਼ੀ ਬੁਲਾ ਲੈਣ ਮੈਂ ਤਿਆਰ ਹਾਂ। ਹੁਣ ਫਰਕ ਇਹ ਹੈ ਕਿ ਜਦੋਂ ਨੋਟਿਸ ਗਿਆ ਉਦੋਂ ਤਾਂ ਬਾਦਲ ਸਾਹਿਬ ਘਰੇ ਨਹੀਂ ਸੀ। ਉਦੋਂ ਬਾਅਦ ਵਿਜੀਲੈਂਸ ਵਾਲੇ ਅਫਸਰ ਨੂੰ ਫੋਨ ਕੀਤਾ, ਹਾਂ ਬਾਈ ਦੱਸ ਕਦੋਂ ਆਵਾਂ। ਇਹ ਧਮਕੀ ਦੀ ਟੋਨ ਹੁੰਦੀ ਹੈ, ਪਹਿਲੀ ਗੱਲ। ਦੂਜੀ ਗੱਲ, ਇਹ ਫ੍ਰੈਂਡਲੀ ਮੈਚ ਖੇਡ ਰਹੇ ਸੀਗੇ। 5 ਸਾਲ ਮੇਰੀ ਆ ਗਈ, ਮੈਂ ਤੇਰੇ ਤੇ ਪਾ ਲੂੰਗਾ, ਤੂੰ ਬਰੀ ਹੋ ਜੀ। 5 ਸਾਲ ਤੇਰੀ ਆ ਜੂਗੀ, ਮੈਂ ਤੇਰੇ ਤੇ ਪਾ ਲੂੰਗਾ, ਤੂੰ ਬਰੀ ਹੋ ਜੀ। ਖੜਿਆਲ ਸਾਹਿਬ ਨੇ ਫਾਸਟ ਟਰੈਕ ਕੋਰਟ ਦੀ ਮੰਗ ਕੀਤੀ, ਬਿਲਕੁਲ ਹੋਊਗਾ ਜੀ, ਫਾਸਟ ਟਰੈਕ ਹੋਊਗਾ ਭਾਈ ਸਾਹਿਬ। 24 ਘੰਟੇ ਦਾ ਮਤਲਬ ਇੰਟੈਂਸ਼ਨ ਸੀ। ਐਂਡ ਲਾਅ ਜਿਹੜੀ ਹੈ ਨਾ, ਇਨਸਾਫ ਤਾਂ ਕਿੰਨੇ 100 ਸਾਲਾਂ ਬਾਅਦ ਵੀ ਹੋ ਜਾਂਦਾ ਹੁੰਦਾ ਬੰਦੇ ਨਾਲ। ਤੁਸੀਂ ਇਨਵੈਸਟੀਗੇਸ਼ਨ ਨੂੰ ਟਾਈਮ ਬਾਉਂਡ ਨਹੀਂ ਕਰ ਸਕਦੇ, ਪਹਿਲੀ ਗੱਲ। ਦੂਜੀ ਗੱਲ, ਜਿਹੜਾ ਗੈਬੰਸ ਜੀ ਬੜੇ ਪਿਆਰ ਨਾਲ ਪੱਲਾ ਝਾੜ ਦਿੰਦੇ ਆ। ਇਹਨਾਂ ਦੀ ਜਿਹੜੀ ਮੈਚਿਓਰਿਟੀ ਹੈ ਨਾ ਰਿਲੀਜੀਅਸ ਡਿਵਾਈਡ ਪੈਦਾ ਕਰਨ 'ਚ, ਬੀਜੇਪੀ ਦੀ ਜਿਹੜੀ ਮੈਚਿਓਰਿਟੀ ਹੈ ਉਹ ਇਹਨਾਂ ਨੇ ਪਾਸ ਔਨ ਕੀਤੀ ਸੀ ਅਕਾਲੀਆਂ ਨੂੰ। ਹਲੇ ਥੋੜੀ ਦੇਰ ਤੱਕ ਭਾਈਵਾਲ ਸੀ, ਦੁਬਾਰਾ ਫੇਰ ਰਲ ਜਾਣਗੇ। ਇਹਨਾਂ ਨੇ ਮੈਚਿਓਰਿਟੀ ਨਾਲ ਸਿਖਾਇਆ ਕਿ ਦੇਖੋ ਏਦਾਂ ਵੰਡ ਪਾਈ ਦੀ ਹੈ, ਏਦਾਂ ਅੱਗ ਲਾਈ ਦੀ ਹੈ ਤੇ ਏਦਾਂ ਬਚ ਵੀ ਜਾਈਦਾ। ਇਹਨਾਂ ਦੀ ਰਿਲੀਜੀਅਸ ਮੈਚਿਓਰਿਟੀ ਦਾ ਫਾਇਦਾ ਅਕਾਲੀਆਂ ਨੇ ਚੱਕਿਆ ਤੇ ਹੁਣ ਉਹ ਚੱਲਣੀ ਹੈ ਨਹੀਂ ਪੰਜਾਬ 'ਚ। ਚੱਕਰ ਤਾਂ ਹੈ ਬਰਾੜ ਸਾਹਿਬ, ਮੁੱਖ ਦੀ ਗੱਲ ਤਾਂ ਹੈ। ਖੜਿਆਲ ਸਾਹਿਬ, ਪਹਿਲੀ ਗੱਲ ਤਾਂ ਇੱਥੇ ਮੈਨੂੰ ਬੜਾ ਹਾਸਮਨਾ ਬਿਆਨ ਲੱਗਿਆ ਗਰੇਵਾਲ ਸਾਹਿਬ ਦਾ। ਕਹਿੰਦੇ ਜਿਹੜੀ ਇਨਵੈਸਟੀਗੇਸ਼ਨ ਆ ਉਹ ਟਾਈਮ ਬਾਉਂਡ ਹੋ ਹੀ ਨਹੀਂ ਸਕਦੀ। ਇਹ ਤੋਂ ਗਲਤ ਬਿਆਨ ਕੋਈ ਹੋ ਨਹੀਂ ਸਕਦਾ। ਡੈਫੀਨਿਟਲੀ ਹੋ ਸਕਦੀ ਹੈ, ਮਨਸ਼ਾ ਹੋਣੀ ਚਾਹੀਦੀ ਹੈ, ਨੀਅਤ ਹੋਣੀ ਚਾਹੀਦੀ ਹੈ। ਜੋ ਇੱਥੋਂ ਲੱਗ ਰਿਹਾ ਇਹ ਬਿਆਨ ਤੋਂ ਕਿ ਆਮ ਆਦਮੀ ਪਾਰਟੀ ਦੀ ਹੈ ਨਹੀਂ 5 ਮਹੀਨਿਆਂ ਦੇ ਵਿੱਚ ਉਹਨੂੰ ਟਾਈਮ ਬਾਉਂਡ ਕਰ ਦਿੰਦੇ ਤੇ ਹੋ ਸਕਦਾ ਸੀਗਾ ਵੀ ਹੁਣ ਤੱਕ ਕੁਛ ਨਾ ਕੁਛ ਹੱਥ ਲੱਗ ਗਿਆ ਹੁੰਦਾ ਸਬਸਟੈਂਟਿਵ, ਜਿਹਦੇ ਕਰਕੇ ਕੇਸ ਮੂਵ ਔਨ ਕਰਦਾ। ਲੇਕਿਨ ਆਮ ਆਦਮੀ ਪਾਰਟੀ ਇੱਥੇ ਗੱਲਾਂ ਕਰ ਰਹੀ ਹੈ ਜੀ ਆਹ ਕਰਾਂਗੇ ਉਹ ਕਰਾਂਗੇ। ਅਸੀਂ 24 ਘੰਟੇ ਤਾਂ ਕਿਹਾ ਕਿਉਂਕਿ ਸਾਡੀ ਇੰਟੈਂਸ਼ਨ ਸੀ। ਤੇ ਫਿਰ ਜੇ 24 ਘੰਟੇ ਤੁਸੀਂ ਕਹਿਤਾ ਤੇ 24 ਘੰਟੇ ਦੇ ਵਿੱਚ ਡਿਲੀਵਰ ਕਰੋ। ਜੇ ਇੰਟੈਂਸ਼ਨ ਸੀ ਤਾਂ ਕਹਿ ਦਿੰਦੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਇਨਸਾਫ ਮਿਲੇ ਸਿੱਖ ਵਿਲੇਜ ਕੇਸ ਦੇ ਵਿੱਚ। ਤੁਸੀਂ 24 ਘੰਟੇ ਕਿਹਾ ਤੇ ਉਸ ਤੋਂ ਬਾਅਦ ਡਿਲੀਵਰ ਕਰ ਨਹੀਂ ਸਕੇ। ਸੋ देयरफॉर ਯੂ ਸ਼ੁਡ ਅਪੋਲੋਜਾਈਜ਼ ਫॉर दैट, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਿਆ। ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਇਹ
ਇਲੈਕਸ਼ਨ ਤੋਂ ਬਾਅਦ ਵਾਅਦੇ ਨਹੀਂ ਹੁੰਦੇ, ਵਾਅਦੇ ਉਹ ਤੋਂ ਬਾਅਦ ਆਪਣਾ ਇਹ ਕਹਿੰਦੇ ਕਿ ਅਸੀਂ ਤਾਂ ਜੀ ਕੁਝ ਹੋਰ ਕਿਹਾ ਸੀ, ਇੰਟੈਂਸ਼ਨ ਸੀਗੀ ਜੀ। ਸੋ ਆਮ ਆਦਮੀ ਪਾਰਟੀ ਦੇਖੋ ਇਹਨਾਂ ਦੀ ਸਰਕਾਰ ਹੈ ਇਸ ਵਕਤ, ਇਹਨਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੈ। ਤੇ ਮੈਂ ਇੱਕ ਹੋਰ ਗੱਲ ਦੱਸਦਾ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਬਿਊਰੋਕਰੈਟਸ ਜਿਹੜੇ ਹੈ, ਐਗਜ਼ੀਕਿਊਟਿਵ ਜਿਹੜਾ ਹੈ that works at the behest of the legislature, ਲੈਜਿਸਲੇਚਰ ਨੇ, ਸਰਕਾਰ ਨੇ ਉਹਨਾਂ ਨੂੰ ਦੱਸਣਾ ਵੀ ਕੀ ਕਰਨਾ ਹੈ, ਐਗਜ਼ੀਕਿਊਟਿਵ ਨੇ ਤਾਂ ਉਹੀ ਕਰਨਾ, ਇੰਪਲੀਮੈਂਟੇਸ਼ਨ ਕਰਨੀ ਹੈ। ਸੋ ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈ। ਮੈਂ ਇਹ ਸੈਪਰੇਸ਼ਨ ਆਫ ਪਾਵਰਸ ਦੇ ਪ੍ਰਿੰਸੀਪਲ ਦੇ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ ਬਰਾੜ ਸਾਹਿਬ, ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈ ਕਿ ਸਰਕਾਰ ਜੋ ਕਹੂਗੀ ਐਗਜ਼ੀਕਿਊਟਿਵ ਉਹੀ ਕਰੂ, ਆਪਦੀ ਮਨਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ। ਦੇਅਰਫੋਰ ਲੋਕਾਂ ਨੂੰ ਜੋ ਪਤਾ ਉਹ ਪਤਾ ਹੈ। ਲੇਕਿਨ ਸਭ ਤੋਂ ਵੱਡੀ ਗੱਲ, ਕੁਦਰਤ ਦਾ ਇਨਸਾਫ ਤਾਂ ਇਨਸਾਫ ਹੁੰਦਾ ਨਾ, ਕੋਰਟ ਦੇ ਵਿੱਚ ਜਦੋਂ ਹੋਊਗਾ ਤੇ ਅੱਜ ਸਭ ਨੂੰ ਪਤਾ ਹੈ ਕਿ ਕਿਹੜੀ ਪਾਰਟੀ ਦੀ ਪੰਜਾਬ ਦੇ ਵਿੱਚ ਐਗਜ਼ਿਸਟੈਂਸ ਕਿੰਨੀ ਹੈ ਤੇ ਕਿੰਨੀ ਨਹੀਂ ਹੈ। ਚਲੋ ਜਵਾਬ ਦੇ ਦਿਓ ਕਲੀਅਰ ਸਾਹਿਬ, ਦੋ ਗਰੇਵਾਲ ਸਾਹਿਬ ਦਾ ਵੀ ਔਰ ਖੜਿਆਲ ਜੀ ਦਾ ਵੀ। ਬਰਾੜ ਸਾਹਿਬ, ਪਹਿਲਾਂ ਤਾਂ ਨਾ ਮੈਨੂੰ ਅਰਸ਼ਪ੍ਰੀਤ ਖੜਿਆਲ ਦੀ ਇੱਕ ਗੱਲ ਤੇ ਬੜੀ ਮਾਯੂਸੀ ਹੋਈ। ਇਜ਼ ਅ ਯੰਗ ਸਪੋਕਸਪਰਸਨ। ਇਹ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਜੀ ਜਾਂਚ ਤੋਂ ਭੱਜੇ, ਕਹਿੰਦੇ ਮੈਂ ਬਿਮਾਰ ਹਾਂ। ਬਰਾੜ ਸਾਹਿਬ ਤੁਸੀਂ ਗਵਾਹ ਹੋ। ਮੈਨੂੰ ਲੱਗਦਾ ਵੀ ਜਦੋਂ ਵੀ ਐਸਆਈਟੀ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਹੈ, ਕਦੇ ਮਨਾ ਨਹੀਂ ਕੀਤਾ। 90 ਪਲੱਸ ਉਹਨਾਂ ਦੀ ਏਜ ਹੈ ਤੇ ਉਹਨਾਂ ਤੋਂ ਲਗਾਤਾਰ 4-5 ਘੰਟੇ ਘਰ ਜਾ ਕੇ ਐਸਆਈਟੀ ਨੇ ਪੁੱਛਗਿੱਛ ਕੀਤੀ ਹੈ ਤੇ ਉਹਨਾਂ ਨੇ ਪੂਰੀ ਉਹਦੇ 'ਚ ਆਪਣੀ ਸਹਿਯੋਗ ਦਿੱਤਾ ਤੇ ਸਾਰਿਆਂ ਦੇ ਸਾਹਮਣੇ ਹੈ। ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿੰਨੀ ਵਾਰੀ ਜਾਂਚ ਲਈ ਬੁਲਾਇਆ ਗਏ ਆ, ਸੋ ਮੈਂ ਤਾਂ ਔਨ ਰਿਕਾਰਡ ਗੱਲ ਕਰੂੰਗਾ। ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਗੱਲ ਕਰ ਲਓ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਗੱਲ ਕਰ ਲਓ, ਕੁੰਵਰ ਵਿਜੇ ਪ੍ਰਤਾਪ, ਹਾਲਾਂਕਿ ਉਹਦੀ ਤਾਂ ਰਿਪੋਰਟ ਹੀ ਕੁਐਸ਼ ਹੋ ਗਈ, ਹਾਈ ਕੋਰਟ ਵੱਲੋਂ 30 ਸਟ੍ਰਿਕਚਰ ਪਾਸ ਹੋਏ ਨੇ ਜਿਹੜੇ ਅੱਜ ਤੱਕ ਕਿਸੇ ਨੇ ਸਟੇ ਨਹੀਂ ਕੀਤੇ। ਕਿਸੇ ਇੱਕ ਵੀ ਰਿਪੋਰਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ, ਜੇ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਂ ਹੈ ਤਾਂ ਦੱਸ ਦੇਣ। ਕੁੰਵਰ ਵਿਜੇ ਪ੍ਰਤਾਪ ਵੀ ਟੈਲੀਵਿਜ਼ਨਾਂ ਤੇ ਬੋਲਦੇ ਸੀ। ਹਾਈ ਕੋਰਟ ਨੇ ਸਪਸ਼ਟ ਕੀਤਾ ਆਪਣੇ ਆਰਡਰ 'ਚ ਕਿ ਜੋ ਟੀਵੀ ਇੰਟਰਵਿਊ ਦਿੰਦੇ ਨੇ ਉਹਦਾ ਕੋਈ ਕੁੰਵਰ ਵਿਜੇ ਪ੍ਰਤਾਪ ਕੋਲੇ ਬਲੈਕ ਐਂਡ ਵਾਈਟ 'ਚ ਸਬੂਤ ਨਹੀਂ, ਤਾਂ ਰਿਪੋਰਟ ਕੁਐਸ਼ ਹੋਈ ਸੀ। ਸੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜੀ ਜਾਂਚ ਹੈ, ਇਹਦੇ ਉੱਤੇ ਜਿਹੜੀ ਰਾਜਨੀਤੀ ਹੈ ਇਹ ਵੱਧ ਹੋ ਰਹੀ ਹੈ। ਉਰੇ ਇਨਸਾਫ ਦੇਣਾ ਨਾ ਤਾਂ ਕਾਂਗਰਸ ਦਾ ਹੀ ਮਕਸਦ ਸੀ, ਨਾ ਹੀ ਆਮ ਆਦਮੀ ਪਾਰਟੀ ਦਾ ਮਕਸਦ ਹੈ। ਤੇ ਗਰੇਵਾਲ ਸਾਹਿਬ ਨੂੰ ਮੈਂ ਦੂਜੀ ਚੀਜ਼ ਪੁੱਛਣੀ ਚਾਹੁੰਦਾ। ਗਰੇਵਾਲ ਸਾਹਿਬ ਫੇਰ ਦੁਬਾਰਾ ਉਸ ਗੱਲ ਤੋਂ ਭੱਜ ਜਾਂਦੇ ਨੇ। ਮੈਨੂੰ ਇਹ ਦੱਸ ਤਾਂ ਦੇਣ ਨਾ, ਇਹ ਕਹਿੰਦੇ ਗੋਲੀ ਚੱਲੀ ਹੈ। ਅਜੀ ਜੇ ਕੋਟ ਕਪੂਰਾ ਚੱਲੀ ਹੈ, ਐਸਡੀਐਮ ਤਾਂ ਕਹਿੰਦਾ ਮੇਰੇ ਹੁਕਮਾਂ ਤੇ ਚੱਲੀ ਹੈ। ਜਿਹੜੀ ਪਟਿਆਲੇ ਚੱਲੀ ਹੈ ਉਹ ਕਿਹਦੇ ਹੁਕਮਾਂ ਤੇ ਚੱਲੀ ਹੈ? ਧਾਲੀਵਾਲ ਸਾਹਿਬ ਕਹਿੰਦੇ ਮੈਂ ਮੰਤਰੀ ਹਾਂ, ਮੈਨੂੰ ਪਤਾ ਹੈ ਕਿੱਦਾਂ ਗੋਲੀ ਚੱਲਦੀ ਹੈ। ਫਿਰ ਬਣਾਓ ਗਵਾਹ, ਦੋ ਭਗਵੰਤ ਮਾਨ ਤੇ ਪਰਚਾ। ਸੋ ਇਹ ਡਬਲ ਸਟੈਂਡਰਡ ਨਾ ਰੱਖਿਆ ਕਰੋ। ਮੈਂ ਬਰਾੜ ਸਾਹਿਬ ਇਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਨੇ ਉਹਨਾਂ ਪ੍ਰਤੀ ਜਵਾਬ ਦੇ ਰਹੇ ਹੋ, ਜਵਾਬ ਦੇ ਰਹੇ ਹੋ। ਜਾਂਚ ਹੈ ਤੇ ਸਿਆਸਤ ਨਾ ਕਰੋ, ਜਵਾਬ ਦੇ ਰਹੇ ਲੋਕਾਂ ਨੂੰ ਇਨਸਾਫ ਦਿਓ। ਗਰੇਵਾਲ ਸਾਹਿਬ ਪਟਿਆਲੇ ਵਾਲੀ ਗੱਲ ਦਾ ਜਵਾਬ ਦੇ ਦਿਓ। ਪਟਿਆਲੇ ਗੋਲੀ ਕਿਹਦੇ ਕਹਿਣ ਤੇ ਚੱਲੀ ਸੀ? ਮੈਂ ਇੱਕ ਗੱਲ ਸੁਣੋ ਜੀ। ਪਹਿਲਾਂ ਤਾਂ ਮੈਂ ਆਪਣੇ ਦੋਵੇਂ ਵਕੀਲ ਵੀਰਾਂ ਨੂੰ ਦੱਸਦਾ ਕਿ ਕੋਰਟ ਵਾਂਗੂ ਟੈਕਨੀਕਲ ਪੁਆਇੰਟਸ ਨਹੀਂ ਹੁੰਦੇ ਵੀਰੋ। ਇੱਕ ਵੱਡਾ ਪਰਸਪੈਕਟਿਵ ਦੇਖਣਾ ਚਾਹੁੰਦਾ। ਪਟਿਆਲੇ 'ਚ ਜੋ ਵੀ ਹੋਇਆ ਪਟਿਆਲੇ 'ਚ ਪੁਲਿਸ ਦੇ ਹਥਿਆਰ ਨਾਲ ਗੋਲੀ ਚੱਲੀ, ਲਾਅ ਐਂਡ ਆਰਡਰ ਸਸਟੇਨ ਕਰਨ ਨੂੰ ਗੋਲੀ ਚੱਲੀ। ਜੋ ਵੀ ਹੋਇਆ ਇੱਥੇ 315 ਬੋਰ ਦੀ ਗੋਲੀ ਵੱਜੀ ਹੈ ਜੀ ਲੋਕਾਂ ਦੇ, ਜਿਨ੍ਹਾਂ ਦੇ ਜਿਹੜੀ ਗੋਲੀ ਪੁਲਿਸ ਦੇ ਆਰਸਨਲ 'ਚ ਹੈ ਹੀ ਨਹੀਂ, ਜਿਹੜੀ ਪੁਲਿਸ ਦੇ ਆਸਨ 'ਚ ਹੈ ਹੀ ਨਹੀਂ। ਜਦੋਂ ਐਡੀ ਭਾਰੀ ਫੋਰਸ ਲਾਈ ਗਈ ਸੀ ਉੱਥੇ, ਬਿਆਨ ਸਹੀ ਦੇ ਰਹੇ ਨੇ। ਰੁਕੋ ਸਹੀ ਬਿਆਨ ਦੇ ਰਹੇ ਨੇ। ਕੱਟਿਓ ਨਾ ਰੁਕੋ ਇਹ ਸਹੀ ਬਿਆਨ ਦੇ ਰਹੇ ਨੇ। ਤੁਸੀਂ ਕਰੈਕਟ ਕਰਦੇ ਹੋ, ਰੁਕੋ ਤੁਸੀਂ ਕਰੈਕਟ ਕਰਦੇ ਹੋ। ਵਕੀਲ ਸਾਹਿਬ ਰੁਕੋ, ਆਬਜੈਕਸ਼ਨ ਕੋਰਟ 'ਚ ਲਾ ਲਿਓ। ਇੱਥੇ ਮੈਨੂੰ ਗੱਲ ਕਰ ਲੈਣ ਦਿਓ। ਮੈਂ ਜਿਹੜੀ ਗੱਲ ਕਰ ਰਿਹਾ, ਇੱਕ ਐਡੀ ਵੱਡੀ ਫੋਰਸ ਲੁਧਿਆਣੇ ਤੋਂ ਜਾਂਦੀ ਹੈ ਜਿਹਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ। ਹੋਮ ਮਿਨਿਸਟਰ ਦੀ ਮਰਜ਼ੀ ਤੋਂ ਬਿਨਾਂ ਚਲੇ ਜੂਗੀ ਉਹ ਰਿਪੋਰਟ। ਔਰ ਐਡੀ ਵੱਡੀ ਫੋਰਸ, ਇੱਕ ਐਡੀ ਵੱਡੀ ਫੋਰਸ ਤੇ ਅਫਸਰ ਜਿਨ੍ਹਾਂ ਦਾ ਬਿਨਾਂ ਰਿਕਾਰਡ ਬੇਬਲ ਕਲਾਂ ਪਹੁੰਚਾਇਆ ਜਾਂਦਾ ਹੈ। ਐਡੀ ਵੱਡੀ ਜੀ ਦੇ ਦਿਓ ਬਰਾੜ ਸਾਹਿਬ, ਜਵਾਬ ਦੇ ਦਿਓ। ਮੈਂ ਜੈਬਾਸ ਜੀ ਮਾੜਾ ਜਿਹਾ ਵੇਟ ਕਰਿਓ, ਜਵਾਬ ਲੈ ਲਾਂ। ਮੈਂ ਆ ਰਿਹਾ ਤੁਹਾਡੇ ਕੋਲੇ ਜੀ। ਕਲੀਅਰ ਸਾਹਿਬ ਜਿਹੜੀ ਤੁਸੀਂ ਕੀਤੀ ਨਾ, ਜਿਹੜੀ ਕੋਆਪਰੇਸ਼ਨ ਕੀਤੀ, ਉਹ ਸਭ ਨੂੰ ਪਤਾ। ਅਸੀਂ ਇਹਨਾਂ ਨੂੰ ਕੋਈ ਇੱਕ ਮਿੰਟ ਜਵਾਬ ਲੈ ਲੈਣ, ਹੁਣੀ ਜਵਾਬ ਲੈ ਲੈਣ। ਹਾਂ ਲੈ ਕੋਈ ਦੇ ਦਿਓ। ਬੋਲੋ ਬਰਾੜ ਸਾਹਿਬ, ਮੈਨੂੰ ਪਤਾ ਨਹੀਂ ਇਹ ਕਿੱਥੋਂ ਗਰੇਵਾਲ ਸਾਹਿਬ ਕਿੱਥੋਂ ਗੱਲਾਂ ਕਰ ਰਹੇ। ਨਾ ਤਾਂ ਇਹਨਾਂ ਨੂੰ ਕੇਸ ਦਾ ਪਤਾ, ਨਾ ਇਹਨਾਂ ਨੂੰ ਰਿਕਾਰਡ ਦਾ ਪਤਾ। ਔਰ ਦੂਜੀ ਗੱਲ ਮੈਂ ਫੇਰ ਤਾਂ ਸਪਸ਼ਟ ਕਰਦੇ ਹਾਂ ਕਿ ਅਸੀਂ ਤਾਂ ਜਾਂਚ ਲਈ ਤਿਆਰ ਹਾਂ ਔਰ ਸਭ ਕੁਝ ਔਨ ਰਿਕਾਰਡ ਹੈ, ਬਲੈਕ ਐਂਡ ਵਾਈਟ ਹੈ। ਔਰ ਰਹੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ, ਉਹ ਉਸ ਸਮੇਂ ਨਾ ਪੰਜਾਬ ਸੀ ਨਾ ਦੇਸ਼ 'ਚ ਸੀਗੇ। ਸੋ ਤੁਸੀਂ ਜਿਹੜੀਆਂ ਸਿਆਸੀ ਕਹਾਣੀਆਂ ਕਰ ਰਹੇ ਹੋ, ਅਸੀਂ ਤਾਂ ਬਲੈਕ ਐਂਡ ਵਾਈਟ ਬਿਆਨ ਦੇਈ ਬੈਠੇ, ਹਰ ਇੱਕ ਗੱਲ ਦਾ ਪ੍ਰੂਫ ਹੈ। ਪਰ ਦੂਜੀ ਗੱਲ ਜਵਾਬ ਦੇ ਕੇ ਜਾਓ। ਜਿਹੜੀ ਪਟਿਆਲੇ ਗੋਲੀ ਚੱਲੀ ਹੈ ਉਹ ਕਿਹਦੇ ਹੁਕਮਾਂ ਤੇ ਚੱਲੀ ਹੈ? ਭਗਵੰਤ ਮਾਨ ਨੇ ਕਿਹਨੂੰ ਹੁਕਮ ਦਿੱਤੇ ਸੀ ਗੋਲੀ ਚਲਾਉਣ ਦੇ? ਉਹ ਜਵਾਬ ਦੇ ਕੇ ਜਾਓ। ਇੱਕ ਮਿੰਟ ਭਗਵੰਤ ਮਾਨ
ਇੱਕ ਮਿੰਟ, ਪਹਿਲੀ ਗੱਲ ਵਕੀਲ ਸਾਹਿਬ, ਇੱਕ ਮਿੰਟ, ਤੁਸੀਂ ਐਡਾ ਸਵਾਲ ਬਣਾਇਆ, ਮੈਨੂੰ ਲੱਗਿਆ ਪਤਾ ਨਹੀਂ ਬਹੁਤ ਭਾਰਾ ਸਵਾਲ ਪੁੱਛਣ ਲੱਗੇ ਆ। ਸਰ ਕੋਰਟ ਨਹੀਂ ਹੈਗਾ, ਸੁਖਬੀਰ ਬਾਦਲ ਹੋਮ ਮਿਨਿਸਟਰ ਸੀ, ਬਾਦਲ ਵੱਡੇ ਸਾਹਿਬ, ਬਾਦਲ ਸਾਹਿਬ ਸੀਐਮ ਸੀ। ਪਟਿਆਲੇ ਗੋਲੀ ਕਿਹਦੇ ਹੁਕਮਾਂ ਤੇ ਚੱਲੀ ਹੈ ਗਰੇਵਾਲ ਸਾਹਿਬ? ਜਵਾਬ ਦਿਓ ਲੋਕਾਂ ਨੂੰ। ਭਗਵੰਤ ਮਾਨ ਨੇ ਕਿਹਨੂੰ ਫੋਨ ਕੀਤਾ ਸੀ ਜਿਹਨੇ ਪਟਿਆਲੇ ਗੋਲੀ ਚਲਾਈ? ਨਾਨਕ ਸਿੰਘ ਨੂੰ ਬਦਲਿਆ ਐਸਐਸਪੀ ਨੂੰ, ਕਿਹਦੇ ਹੁਕਮਾਂ ਤੇ ਗੋਲੀ ਚੱਲੀ ਪਟਿਆਲੇ? ਇਹ ਦੱਸੋ ਨਾ। ਫਿਰ ਨਾਨਕ ਸਿੰਘ ਨੂੰ ਕਿਉਂ ਬਦਲਿਆ? ਜਵਾਬ ਲੈ ਲਓ। ਜੇ ਨਾਨਕ ਸਿੰਘ ਨੇ, ਚਲੋ ਗੋਲੀ ਚੱਲੀ ਜੀ, ਉੱਥੇ ਕਿਸੇ ਬੰਦੇ ਨੂੰ ਜੇ ਨਾਨਕ ਸਿੰਘ ਨੇ ਆਰਡਰ ਦਿੱਤਾ ਗੋਲੀ ਚਲਾਉਣ ਦਾ, ਉਹ ਬਚਾਉਣ ਲਈ ਦਿੱਤਾ, ਮਾਹੌਲ ਸਹੀ ਕਰਨ ਲਈ ਦਿੱਤਾ। ਤੁਸੀਂ ਮੇਰੀ ਗੱਲ ਸੁਣੋ, ਜਿਹਨੇ ਵੀ ਆਰਡਰ ਦਿੱਤਾ, ਆਈ ਵਿਲ ਨਾਟ ਗੈਟ ਇਨਟੂ ਦ ਡਿਟੇਲਸ, ਪਰ ਮੈਂ ਇੱਕ ਗੱਲ ਕਹੂੰਗਾ, ਇਹਨਾਂ ਨੂੰ ਪੁੱਛੋ ਇਹ ਗੱਲਾਂ ਕਿੱਦਾਂ ਦੀਆਂ ਕਰਦੇ? ਇੱਕ ਪਲ ਇੱਧਰ, ਇੱਕ ਪਲ ਉੱਧਰ। ਇਹਨਾਂ ਨੂੰ ਕੋਈ ਇੱਕ ਸਟੈਂਡ ਤਾਂ ਰੱਖਣ ਘੱਟੋ ਘੱਟ। ਉਹ ਇੱਕ ਖਡਿਆਲ ਸਾਹਿਬ ਮੈਨੂੰ ਦੱਸ ਦਿਓ ਪਟਿਆਲੇ ਕਿਹਦੇ ਹੁਕਮਾਂ ਤੇ ਚੱਲੀ ਹੈ? ਭਗਵੰਤ ਮਾਨ ਨੇ ਹੁਕਮ ਦਿੱਤੇ ਸੀ ਪਟਿਆਲੇ ਗੋਲੀ ਦੇ? ਅਗਰ ਦਿੱਤੇ ਸੀ ਤਾਂ ਬੁਲਾਓ ਇਨਵੈਸਟੀਗੇਸ਼ਨ, ਦੋ ਪਰਚਾ ਕਿਉਂ ਨਹੀਂ ਦਿੰਦੇ? ਪਰਚਾ ਕੁਲਦੀਪ ਧਾਲੀਵਾਲ ਤੁਹਾਡਾ ਮੰਤਰੀ ਤਾਂ ਗਵਾਹ ਹੈ ਉਸ ਗੱਲ ਦੇ। ਕੁਲਦੀਪ ਧਾਲੀਵਾਲ ਤਾਂ ਗਵਾਹ ਨੇ ਜੀ ਤੁਹਾਡੀ ਗੱਲ ਦੇ, ਸੋ ਦਿਓ ਪਰਚਾ। 1 ਮਿੰਟ ਲਾਓ ਪਰਚਾ ਦੇਣ ਨੂੰ, ਤੁਹਾਡਾ ਤਾਂ ਕੈਬਨਿਟ ਮੰਤਰੀ ਗਵਾਹ ਹੈ। ਜੀ ਚੀਕਾਂ ਨਾਲ ਕੁਛ ਨਹੀਂ ਹੋਣਾ। ਤੁਸੀਂ ਮੇਰੀ ਗੱਲ ਸੁਣੋ, ਉੱਥੇ 2 ਵਿਚਾਰੇ ਮਾਰਤੇ, ਬੇਗਨਾਹੇ ਲੰਗਰ ਵਰਤਾਉਂਦੇ ਮਾਰਤੇ, ਪਾਠ ਕਰਦੇ ਮਾਰਤੇ, ਪਟਿਆਲੇ ਮਾਹੌਲ ਸੁਧਾਰੇ, ਪਟਿਆਲੇ ਗੋਲੀ ਚੱਲੀ ਹੈ, ਜਵਾਬ ਦਿਓ। ਵੱਜੀ ਕਿਹਦੇ? ਕਿਸੇ ਇਨਵੈਸਟੀਗੇਸ਼ਨ ਚ ਨਾਮ ਆਇਆ? ਬਹਿਬਲ ਕਲਾਂ ਦੀ ਚਲਾਨ ਦੇਤਾ ਨਾਮ ਆਇਆ, ਬੇਅਦਬੀਆਂ ਚ ਨਾਮ ਆਇਆ, ਕੋਟ ਕਪੂਰਾ ਦੇ ਵਿੱਚ ਐਸਡੀਐਮ ਕਹਿੰਦੇ ਸੀ ਮੈਂ ਗੋਲੀ ਚਲਾਈ ਹੈ। ਸੋ ਤੁਸੀਂ ਰਾਜਨੀਤੀ ਕਰਨੀ ਹੈ। ਅਗਰ ਸਰਕਾਰੀ ਸੰਮਨ ਹੈ, ਅਗਰ ਘਰੇ ਕੋਈ ਕਹਾਣੀ ਬਣਾਈ ਹੈ, ਉਹਦਾ ਸਾਡਾ ਅਸੀਂ ਤੁਹਾਨੂੰ, ਉਹ ਤਾਂ ਫਿਰ ਸਰਕਾਰ, ਜੇ ਤੁਸੀਂ ਲੋਕਾਂ ਦੇ ਵਾਅਦੇ ਤੋਂ ਭੱਜਣਾ ਹੈ, ਆਪਣੇ ਘਟਾਲਿਆਂ ਤੋਂ ਭੱਜਣਾ ਹੈ, ਫਿਰ ਜੋ ਮਰਜ਼ੀ ਕਿਸੇ ਪਾਸੇ ਨੂੰ ਕਰ ਲਓ ਜੀ। ਚਲੋ ਇਹਦਾ ਵੀ ਦੱਸਦਾ, ਇਹਦਾ ਵੀ 1 ਮਿੰਟ 10 ਮਿੰਟ ਲੈ ਲਿਓ। ਜਿਹੜੇ ਬਹਿਬਲ ਕਲਾਂ ਬੇਅਦਬੀਆਂ ਬੰਬ ਬਲਾਸਟ ਕਰਾ ਕੇ 5 ਸਾਲ ਜਿਹੜਾ ਫਾਇਦਾ ਲੈਣਾ ਸੀ ਕਿ ਭਾਈਵਾਲਾਂ ਨੇ ਬਚਾਉਣਾ ਸੀ, ਉਹਨਾਂ ਨੇ ਬਚਾ ਲਿਆ। ਐਤਕੀ ਪੰਜਾਬ ਦੇ ਲੋਕ ਬੋਲ ਪਏ, ਐਤਕੀ ਇਨਸਾਫ ਹੋਊਗਾ। ਇਹ ਸਾਰਾ ਜਿਹੜਾ ਘਟਨਾਕ੍ਰਮ ਹੋਇਆ ਨਾ ਬਰਾੜ ਸਾਹਿਬ, ਬੇਅਦਬੀਆਂ ਹੋਈਆਂ। ਮੈਂ ਖਡਿਆਲ ਸਾਹਿਬ ਤੋਂ ਜਵਾਬ ਲੈ ਲਾਂ। ਚਲੋ ਮੈਂ ਜੈਬਾਸ ਜੀ ਵੀ ਇਸ ਦੇ ਵਿੱਚ ਐਡ ਕਰ ਸਕਦੇ ਹੈ। ਜੈਬਾਸ ਜੀ ਵਾਰ-ਵਾਰ ਉਹ ਇੱਕ ਚੀਜ਼ ਦਾ ਜ਼ਿਕਰ ਕਰ ਰਹੇ ਨੇ, 5 ਸਾਲ ਦੀ ਭਾਈਵਾਲੀ ਦਾ, ਯਾਨੀ 2017 ਤੋਂ 22 ਦੀ ਭਾਈਵਾਲੀ ਦਾ। ਦੇਖੋ ਮੈਨੂੰ ਪੁੱਛਣਾ ਦੇਖੋ ਭਾਈਵਾਲੀ ਤੇ ਹੈਗੀ ਸੀਗੀ ਕਿ ਨਹੀਂ ਹੈਗੀ ਸੀਗੀ, ਉਹਦੇ ਬਾਰੇ ਮੈਂ ਨਹੀਂ ਜਾਣਦਾ, ਪਰ ਐਗਜ਼ੈਕਟਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ ਸ਼ੁਰੂ ਦੇ ਵਿੱਚ, ਜੋ ਮੈਂ ਤੁਹਾਨੂੰ ਕਮੈਂਟ ਬਣਾਇਆ ਸੀਗਾ ਕਿ ਲੋਕ ਬੜੇ ਸੈਂਸਿਟਿਵ ਨੇ ਇਸ਼ੂ ਦੇ ਨਾਲ, ਤੇ ਜਿਸ ਤਰੀਕੇ ਨਾਲ ਅੱਜ ਇੱਥੇ ਡਿਬੇਟ ਚੱਲ ਰਹੀ ਹੈ, ਜਿਸ ਤਰੀਕੇ ਨਾਲ ਇੱਕ ਸਬ ਜੁਡਿਸ ਮੈਟਰ ਦੀ ਧਿਜੀਆਂ ਕੱਢ ਦਿੱਤੀਆਂ ਨੇ ਦੋਵੇਂ ਪ੍ਰਵਕਤਾ ਨੇ, ਇੱਥੇ ਇੱਕ ਆਪ ਕੀ ਅਦਾਲਤ ਇੱਥੇ ਬਣਾ ਕੇ ਬਹਿ ਗਏ ਨੇ। ਮੈਂ ਇਹੋ ਹੀ ਗੱਲ ਦੁਬਾਰਾ ਕਹਿਣੀ ਚਾਹਨਾ ਅੱਜ ਇਸ ਚੈਨਲ ਦੇ ਵਿੱਚ ਕਿ ਅਸੀਂ ਬਾਣੀ ਦੇ ਉੱਤੇ, ਆਪਣੇ ਸ਼ਬਦਾਂ ਦੇ ਉੱਤੇ, ਜਦੋਂ ਇਹ ਗੱਲ ਆਉਂਦੀ ਹੈ ਸੈਕਰੇਟਰੀਏਟ ਕੇਸ ਦੀ, ਤੇ ਥੋੜਾ ਜਿਹਾ ਸੰਯਮ ਵਰਤੀਏ। ਅਗਰ 2 ਸਰਕਾਰਾਂ ਚਲੇ ਗਈਆਂ ਨੇ, ਤੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਇਸ ਵੇਲੇ ਕਰ ਰਹੀ ਹੈ, ਇਹਨਾਂ ਦਾ ਵੀ ਜਾਣਾ ਬਿਲਕੁਲ ਨਿਸ਼ਚਿਤ ਹੈ। ਇਸ ਤਰੀਕੇ ਦੇ ਨਾਲ ਗੱਲਬਾਤ ਨਹੀਂ ਹੁੰਦੀ। ਇੱਥੇ ਆ ਕੇ ਹੁਣ ਦੋਵੇਂ ਬਣ ਗਏ ਨੇ, ਵਕੀਲ ਬਣ ਗਏ ਨੇ, ਮੈਂ ਜੱਜ ਬਣ ਜਾਣਾ, ਮੈਂ ਜੱਜ ਹੋ ਕੇ ਇਹ ਕਹਿਣਾ ਵਾਟ ਇਜ਼ ਗੁੱਡ ਫॉर द ਗੂਸ ਇਜ਼ ਗੁੱਡ ਫॉर द ਗੈਂਡਰ। ਇਹਦਾ ਮਤਲਬ ਇਹ ਹੋਇਆ ਕਿ ਅਗਰ ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪੁਲਿਸ ਐਕਸ਼ਨ ਦਾ ਡਿਸੀਜਨ ਲਈ, ਸਿਮਿਲਰ ਡਿਸੀਜਨ ਇਹਨਾਂ ਨੇ ਪਟਿਆਲੇ 'ਚ ਵੀ ਲਈ ਹੈ। ਸੋ ਇਹਨਾਂ ਦੋਨੋਂ ਡਿਸੀਜਨ ਦੇ ਵਿੱਚ ਕੋਈ ਫਰਕ ਨਹੀਂ ਹੈ ਨਾ, ਤੇ ਇਹਨਾਂ ਨੂੰ ਫਰਕ ਕੇ ਤੇ ਆਪਣੇ ਆਪ ਨੂੰ ਨੋਬਲ ਦੱਸਣਾ ਤੇ ਦੂਸਰੇ ਬੰਦੇ ਨੂੰ ਥੱਲੇ ਟਿਕਾਣਾ, ਮੇਰੇ ਹਿਸਾਬ ਦੇ ਨਾਲ ਇਹ ਕੋਈ ਜਸਟੀਫਾਈਡ ਡਿਬੇਟ ਨਹੀਂ ਹੈ। What is good for the goose is not good for the gander, sir. When does BJP worry about subjudice? ਪਹਿਲੀ ਗੱਲ। ਦੂਜੀ ਗੱਲ, ਪਟਿਆਲੇ ਗੋਲੀ ਚੱਲੀ, ਪੁਲਿਸ ਨੇ ਚਲਾਈ, ਬੇਬਲ ਕਲਾਂ ਚੱਲੀ, 315 ਬੋਲਾਂ ਚੱਲੀਆਂ ਸਰ। ਤੁਸੀਂ ਆ ਗਏ ਜੀ। ਗਰੇਵਾਲ ਸਾਹਿਬ ਸੁਣਿਆ ਕਰੋ, ਬਰਾੜ ਸਾਹਿਬ ਇਹਨਾਂ ਨੂੰ ਜ਼ਰਾ ਸਮਝਾਓ। ਜੀ ਤੁਸੀਂ ਕਹੋ ਆਪਣੀ ਗੱਲ। ਪਹਿਲੀ ਗੱਲ ਤਾਂ ਇਹ ਹੈ, ਪਹਿਲਾਂ ਤਾਂ ਅਰਸ਼ਦੀਪ ਕਲੇਰ ਇੱਕ ਯੰਗ ਲਾਇਰ ਨੇ, ਭਰਾ ਨੇ, ਕਲੀਗ ਨੇ। ਮੈਨੂੰ ਅੱਛਾ ਨਹੀਂ ਲੱਗਦਾ ਜਦੋਂ ਇਹ ਫੈਕਟ ਦੇ ਬਗੈਰ ਬਹਿਸ ਕਰਦੇ ਹੈ, ਇੱਕ ਗਲਤ ਬਿਆਨ ਦਿੰਦੇ ਹੈ। ਜੂਨ 16 ਨੂੰ ਇਹ ਕੱਢ ਕੇ ਦੇਖਣ। ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਸਮਨ ਆਏ ਸੀ, ਉਹਨਾਂ ਨੇ ਕਿਹਾ ਮੇਰੇ ਹੈਲਥ ਰੀਜ਼ਨਸ ਕਰਕੇ ਮੈਂ ਪੇਸ਼ ਨਹੀਂ ਹੋ ਸਕੂੰਗਾ, ਤੇ ਉਦੋਂ ਦਲਜੀਤ ਚੀਮਾ ਜੀ ਨੇ ਵੀ ਬਿਆਨ ਦਿੱਤਾ ਸੀਗਾ ਵੀ ਉਹ ਪੇਸ਼ ਨਹੀਂ ਹੋ ਸਕਦੇ। ਸੋ ਤੁਸੀਂ ਇੱਥੇ ਕਹਿ ਰਹੇ ਹੋ ਵੀ ਅਸੀਂ ਤਾਂ ਜੀ ਕਦੇ ਕਿਹਾ ਹੀ ਨਹੀਂ। ਜੇ ਇੱਕ ਇੱਥੋਂ ਇਹ ਪਤਾ ਲੱਗਦਾ ਹੈ, ਇੱਥੋਂ ਸੁਣ ਲਓ ਕਾਈਂਡਲੀ, ਇੱਥੋਂ ਇਹ ਪਤਾ ਲੱਗਦਾ ਹੈ ਇੱਥੋਂ ਪਤਾ ਲੱਗਦਾ ਹੈ ਜੇ ਇਸ ਚੀਜ਼ ਬਾਰੇ ਝੂਠ ਬੋਲ ਸਕਦੇ ਹੈ ਤਾਂ ਦੂਜੀਆਂ ਚੀਜ਼ਾਂ ਬਾਰੇ ਵੀ ਝੂਠ ਬੋਲ ਸਕਦੇ ਹੈ।
ਦੂਜੀ ਜਵਾਬ ਲੈ ਲਿਓ, ਜਿਹੜੀ ਜਵਾਬ ਕਨੈਕਟ ਦ ਡਾਟਸ, ਆਮ ਆਦਮੀ ਪਾਰਟੀ ਦੇਖੋ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਕਿ ਜਿਹੜੀ ਐਕਸਾਈਜ਼ ਪਾਲਿਸੀ ਹੈ, ਪਹਿਲਾਂ ਉੱਥੇ ਦਿੱਲੀ ਦੇ ਵਿੱਚ ਐਕਸ਼ਨ ਹੋਇਆ, ਸੇਮ ਪਾਲਿਸੀ ਐਕਸਾਈਜ਼ ਪਾਲਿਸੀ ਵੱਲ ਪਲੀਜ਼ ਗੱਲ ਜਾਇਓ। ਮੈਂ ਤੁਸੀਂ ਪਟਿਆਲਾ ਜਿਹੜੀ ਗੱਲ ਜੈ ਬਾਂਸ ਜੀ ਨੇ ਕੀਤੀ, ਇੱਕ ਸੈਕਿੰਡ ਖੜਿਆਲ ਸਾਹਿਬ, ਜਿਹੜੀ ਗੱਲ ਜੈ ਬਾਂਸ ਜੀ ਨੇ ਕੀਤੀ ਹੈ ਵੀ ਸੇਮ ਇਨਸੀਡੈਂਟ ਹੋਇਆ ਹੈ, ਪਲੀਜ਼ ਇੱਕ ਖੜਿਆਲ ਸਾਹਿਬ ਮੇਰੀ ਗੱਲ ਸੁਣ ਲਓ। ਜਿਹੜੀ ਗੱਲ ਆਮ ਬੀਜੇਪੀ ਨੇ ਕੀਤੀ ਹੈ, ਚਲੋ ਅਕਾਲੀ ਦਲ ਦੇ ਖਿਲਾਫ ਇਹ ਇਸ਼ੂ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਇਹਦੀ ਜਾਂਚ ਹੋ ਰਹੀ ਹੈ, ਤੁਸੀਂ ਤੇ ਪਾਸੇ ਨਿਕਲ ਗਏ। 5 ਸਾਲਾਂ ਦਾ ਜ਼ਿਕਰ ਰਾਜਾ ਵੜਿੰਗ ਨੇ ਵੀ ਕਰਤਾ। ਆਪੋਜੀਸ਼ਨ ਹੈ, ਨਹੀਂ ਆਪੋਜੀਸ਼ਨ ਹੈ ਨਾ ਬਰਾੜ ਸਾਹਿਬ। ਮੈਂ ਇੱਕ ਗੱਲ ਕਹੂੰਗਾ, ਬਸ ਇੱਕੋ ਗੱਲ ਹੈ ਮੇਰੀ ਗੱਲ ਤਾਂ ਸੁਣੋ ਤੁਸੀਂ। ਮੈਂ ਤਾਂ ਇਹੀ ਕਹੂੰਗਾ ਕਿ ਆਮ ਆਦਮੀ ਪਾਰਟੀ ਤਾਂ ਕਰ ਰਹੀ ਹੈ, ਸਿੰਪਲੀ ਤਾਂ ਕਰ ਰਹੀ ਹੈ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਇਹ ਤੋਂ ਪਹਿਲਾਂ ਸਾਨੂੰ ਸਵਾਲ ਹੋਣ, ਅਸੀਂ ਕਿਸੇ ਹੋਰ ਵਾਰ ਤੋਪ ਦਾ ਮੂੰਹ ਕਰ ਦਈਏ। ਆਮ ਆਦਮੀ ਪਾਰਟੀ ਇਹ ਗੱਲ ਨੂੰ ਤਾਕ ਰਹੀ ਹੈ, ਇਹਦੇ ਵਿੱਚ ਮੈਂ ਅਗਰੀ ਕਰਦਾ ਕਲੇਰ ਸਾਹਿਬ ਨਾਲ, ਬਿਕੋਜ਼ ਟਾਈਮਿੰਗ ਦੇਖਣ ਵਾਲੀ ਹੈ, ਕੋਈ ਕੋਇਨਸੀਡੈਂਸ ਨਹੀਂ ਹੈ। ਡਾਟਸ ਕੈਨ ਬੀ ਵੈਰੀ ਈਜ਼ੀਲੀ ਕਨੈਕਟਡ। ਜਿਹੜੀ ਮੋਡਸ ਆਪਰੈਂਡੀ ਪਾਲਿਸੀ ਮੇਕਰ ਜਿਹੜੇ ਦਿੱਲੀ ਦੇ ਵਿੱਚ ਹੋਈ, ਇੱਥੇ ਉਹ ਕੁਐਸਚਨ ਹੋਣ ਲੱਗੀ, ਨਾਲ ਦੀ ਨਾਲ ਸਿੱਟ ਨੇ ਸਮਨ ਕਰ ਲਿਆ। ਸੋ ਦੋਵੇਂ ਇੱਕ ਦੂਜੇ ਤੇ ਇੱਕ ਅਬਿਊਜ਼ ਆਫ ਪਾਵਰ ਜਿਹੜੀ ਹੈ ਉੱਥੇ ਨਜ਼ਰ ਆ ਰਹੀ ਹੈ ਦੋਵੇਂ ਪਾਰਟੀਆਂ ਦੁਆਰੇ। ਮੈਂ ਇਹ ਕਹਿਣਾ ਚਾਹੁੰਦਾ ਸੀਗਾ। ਦੈਟਸ ਆਲ। ਮੈਂ ਤੁਹਾਡੇ ਤੋਂ ਨਾਲ ਪਟਿਆਲਾ ਦਾ ਜਿਹੜਾ ਜ਼ਿਕਰ ਕੀਤਾ ਸੀ, ਜਿਹੜਾ ਜੈ ਬਾਂਸ ਜੀ ਨੇ ਗੱਲ ਕਹੀ ਹੈ ਵੀ ਸਿਮਿਲਰ ਇਨਸੀਡੈਂਟ ਨੇ, ਉਸ ਬਾਰੇ ਕਾਂਗਰਸ ਪਾਰਟੀ ਕੀ ਕਹਿੰਦੀ ਹੈ? ਬਿਲਕੁਲ, ਦੇਖੋ ਡੈਫੀਨਿਟਲੀ ਆਮ ਆਦਮੀ ਪਾਰਟੀ ਜੇ ਲੌਜਿਕ ਦੇ ਰਹੀ ਹੈ ਵੀ ਜੇ ਸਰਕਾਰ ਦੀ ਰਹਿਨੁਮਾਈ ਦੇ ਵਿੱਚ ਇਹ ਚੀਜ਼ ਹੋਈ, ਸਰਕਾਰ ਦੇ ਆਰਡਰ ਹੀ ਹੋਣਗੇ, ਤਾਂ ਇਹ ਲੌਜਿਕ ਆਮ ਆਦਮੀ ਪਾਰਟੀ ਨੂੰ ਆਪਦੇ ਤੇ ਵੀ ਇੰਪਲੀਮੈਂਟ ਕਰਨਾ ਚਾਹੀਦਾ ਹੈ। ਇਹ ਲੌਜਿਕ ਦਾ ਲੌਜਿਕ ਹੁੰਦਾ ਹੈ ਕਿ ਜੋ ਤੁਸੀਂ ਦੂਜੇ ਲਈ ਕਹਿੰਦੇ ਹੋ ਆਪਦੇ ਆਪ ਤੇ ਤਾਂ ਪਹਿਲਾਂ ਇੰਪਲੀਮੈਂਟ ਕਰੋ। ਸੋ ਆਮ ਆਦਮੀ ਪਾਰਟੀ ਪਹਿਲਾਂ ਤਾਂ ਆਪਦੇ ਖਿਲਾਫ ਇਨਕੁਆਇਰੀ ਸ਼ੁਰੂ ਕਰਾਵੇ ਪਟਿਆਲਾ ਦੇ ਵਿੱਚ ਜੋ ਹੋਇਆ ਉਹਦੇ ਲਈ, ਤੇ ਦੂਜੀ ਗੱਲ ਸੋ ਦੈਟਸ ਆਲ। ਠੀਕ ਹੈ। ਹੁਣ ਗਰੇਵਾਲ ਸਾਹਿਬ ਜਵਾਬ ਦੇ ਸਕਦੇ ਆ। ਦੇਖੋ ਜੀ, ਪਹਿਲੀ ਗੱਲ ਮੇਰਾ ਵੀ ਜਵਾਬ ਕਰਨਾ, ਪਟਿਆਲਾ ਪੁਲਿਸ ਨੇ ਜਿਸ ਤਰੀਕੇ ਨਾਲ ਮਾਹੌਲ ਖਰਾਬ, ਔਰ ਰੁਕ ਜਾਓ ਕਲੇਰ ਸਾਹਿਬ ਇੱਕ ਮਿੰਟ, ਲੈ ਲੈਣਾ ਜਿਵੇਂ ਉਹਨਾਂ ਨੇ ਮਾਹੌਲ ਖਰਾਬ ਹੋਣ ਤੋਂ ਬਚਾਇਆ, ਮੈਂ ਕਮੈਂਡ ਕਰਦਾ। ਜਿਹੜੀ ਗੋਲੀ ਚੱਲੀ ਪੁਲਿਸ ਦੀ ਬੰਦੂਕ ਤੋਂ ਚੱਲੀ, 315 ਨਾਲ ਬੰਦੇ ਨਹੀਂ ਮਰੇ, ਉੱਥੇ ਕੋਈ ਜ਼ਖਮੀ ਨਹੀਂ ਹੋਇਆ, ਪਹਿਲੀ ਗੱਲ। ਦੂਜੀ ਗੱਲ, 16 ਜੂਨ ਦਾ ਜ਼ਿਕਰ ਕਰ ਦਿੰਦੇ ਆ, ਫਲਾਣਾ ਕਰ ਦਿੰਦੇ ਆ। ਮੈਂ ਇੱਕ ਗੱਲ ਕਹੂੰਗਾ ਜੀ, ਬੀਜੇਪੀ ਹੁਣ ਬੜਾ ਮੋਰਲ ਹਾਈ ਗਰਾਊਂਡ ਲੈ ਰਹੀ ਹੈ। ਉਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਸੀ ਸਰ, ਜਦੋਂ ਬੇਅਦਬੀਆਂ ਹੋਈਆਂ, ਸਾਰਾ ਕੁਝ ਹੋਇਆ, ਪਹਿਲੀ ਗੱਲ। ਰਹੀ ਗੱਲ ਕਾਂਗਰਸ ਦੀ, ਹੌਲੀ ਹੌਲੀ ਤੁਸੀਂ ਇਹਨਾਂ ਨੂੰ ਅੱਜ ਟੌਪਿਕ ਚੇਂਜ ਨਹੀਂ ਕਰਨ ਦੇ ਰਹੇ। ਹੌਲੀ ਤੁਸੀਂ ਦੇਖਿਓ, 5 ਮਿੰਟ ਹੋਰ ਦਿਓ, ਇਹਨਾਂ ਨੇ ਤਿੰਨਾਂ ਨੇ ਇੱਕੋ ਗੱਲ ਕਰਨੀ ਸ਼ੁਰੂ ਕਰ ਦੇਣੀ ਹੈ। 5 ਮਿੰਟ ਡਿਬੇਟ ਨਾ ਹੋਵੇ ਇਸ ਲਈ ਨਹੀਂ ਮੈਂ ਜਾਂਦਾ। ਬਿਲਕੁਲ ਸਹੀ ਕਰ ਰਹੇ ਹੋ, ਪਰ ਉਹਨਾਂ ਨੇ ਤੁਸੀਂ ਗਰੇਵਾਲ ਸਾਹਿਬ ਉਹਨਾਂ ਦੀ ਗੱਲ ਦਾ ਇਹ ਜਵਾਬ ਦੇ ਦਿਓ ਜਿਹੜੇ ਉਹ ਜ਼ਿਕਰ ਕਰ ਰਹੇ ਆ। ਚਲੋ ਹੁਣ ਮੈਂ ਕਰ ਦਿੰਨਾ ਕਿ ਦਿੱਲੀ ਦੇ ਵਿੱਚ ਜਾਂਚ ਨੂੰ ਉਹਨਾਂ ਨੇ ਸਿੱਧਾ ਕਿਹਾ ਹੈ, ਇੱਕ ਕਲੇਰ ਸਾਹਿਬ ਨੇ ਵੀ ਕਿਹਾ ਤੇ ਇਹ ਜੈ ਬਾਂਸ ਜੀ ਨੇ ਵੀ ਕਿਹਾ ਤੇ ਖੜਿਆਲ ਸਾਹਿਬ ਨੇ ਵੀ ਕਿਹਾ, ਤਿੰਨੋਂ ਆਪੋਜੀਸ਼ਨਾਂ ਨੇ ਵੀ ਤੁਸੀਂ ਉਸ ਪਾਸਿਓਂ ਧਿਆਨ ਡਾਈਵਰਟ ਕਰਨ ਦੇ ਲਈ ਫਟਾਫਟ ਸੰਮਨ ਭੇਜਤੇ। ਇਹਦਾ ਜਵਾਬ ਦੇ ਦਿਓ ਪਲੀਜ਼। ਬਰਾੜ ਸਾਹਿਬ ਇੱਕ ਗੱਲ ਦੱਸੋ, ਅੱਜ ਦਾ ਮੀਡੀਆ ਐਨਵਾਇਰਨਮੈਂਟ, ਅੱਜ ਦਾ ਸੋਸ਼ਲ ਮੀਡੀਆ ਐਨਵਾਇਰਨਮੈਂਟ ਇਹੋ ਜਿਹਾ ਹੈ ਕਿ ਅਸੀਂ ਇੱਕ ਚੀਜ਼ ਤੋਂ ਡਾਇਵਰਟ ਕਰ ਸਕਦੇ ਹਾਂ। ਐਂਡ ਮੇਰੇ 3 ਵੀਰ ਬੈਠੇ ਆ, ਮੈਂ ਇਕੱਲਾ। ਮੈਨੂੰ ਤੁਹਾਨੂੰ ਕੀ ਲੱਗਦਾ ਕਿ ਇੱਕ ਅਸੀਂ ਇਹ ਭੇਜ ਦਾਂਗੇ ਤੇ ਉਹਦੇ ਨਾਲ ਇਹ ਚੀਕਾਂ ਨਹੀਂ ਮਾਰਨਗੀਆਂ, ਮੀਡੀਆ 'ਚ ਨਹੀਂ ਆਊਗਾ? ਦਿਸ ਇਜ਼ ਐਨ ਅਬਸਰਡ ਲੌਜਿਕ। ਇੱਕ ਲੌਜਿਕ ਸਮਝੋ ਜੀ, ਲੌਜੀਕਲ ਗੱਲ ਹੈ। ਜਦੋਂ ਅਸੀਂ ਕਿਹਾ ਸੀਗਾ ਕਿ 24 ਘੰਟਿਆਂ 'ਚ ਹੋਵਾਂਗੇ ਕਰਾਂਗੇ, ਸਾਡਾ ਇਹ ਕਹਿਣਾ ਸੀ ਕਿ 24 ਘੰਟਿਆਂ 'ਚ ਇਹੋ ਜਿਹੇ ਲੋਕ ਆਉਣਗੇ ਜਿਨ੍ਹਾਂ ਦੀ ਮਨਸ਼ਾ ਹੋਊਗੀ ਇਨਸਾਫ ਦਿਵਾਉਣਾ। ਐਂਡ ਅਸੀਂ ਉੱਤੇ ਕੰਮ ਕੀਤਾ, ਸਾਨੂੰ ਟਾਈਮ ਲੱਗਿਆ ਤਾਣਾ ਬਾਣਾ ਬਣਾਉਣ ਨੂੰ, ਪਰ ਜਦੋਂ ਅਸੀਂ ਉਹਨੂੰ ਤਾਣਾ ਬਾਣਾ ਬਣਾ ਲਿਆ, ਮੈਂ ਬਾਰ-ਬਾਰ ਕਹਿ ਰਿਹਾ ਬਰਾੜ ਸਾਹਿਬ, ਮੈਂ ਪੂਰੀ ਰਿਸਪੌਂਸਿਬਿਲੀ ਕਹਿ ਰਿਹਾ, ਕਿਸੇ ਦਾ ਨਾਮ ਨਹੀਂ ਲਾਉਂਗਾ, ਇਹ ਨਹੀਂ ਕਹੂੰਗਾ ਬਾਦਲ ਸਾਹਿਬ ਇਨਵੋਲਵਡ ਨੇ, ਇਹ ਨਹੀਂ ਕਹੂੰਗਾ ਬਾਦਲ ਸਾਹਿਬ ਦਾ ਕਸੂਰ ਹੈ, ਪਰ ਇਹ ਜ਼ਰੂਰ ਕਹੂੰਗਾ ਕਿ ਬੀਇੰਗ ਹੋਮ ਮਿਨਿਸਟਰ ਉਹਨਾਂ ਦੀ ਜਵਾਬਦਾਰੀ ਬਣਦੀ ਸੀ। ਉਹਨਾਂ ਨੇ ਇੰਨੇ ਸਾਲ ਦਾ ਦਰਦ ਲਈ ਬੈਠੇ ਸੀ, ਉਹਨਾਂ ਨੂੰ ਤਾਂ ਭੱਜ ਕੇ ਆਉਣਾ ਚਾਹੀਦਾ ਸੀ ਨਾ। ਮੈਂ ਕਲੇਰ ਸਾਹਿਬ ਤੋਂ ਜਵਾਬ ਲੈ ਲਾ ਪਲੀਜ਼। ਖੜਿਆਲ ਸਾਹਿਬ ਤੁਹਾਡੇ ਕੋਲੇ ਬਾਅਦ ਚ ਆ ਰਿਹਾ। ਕਲੇਰ ਜੀ ਬਸ 10 ਸੈਕਿੰਡ ਲੈਣੇ ਆ। 10 ਸੈਕਿੰਡ ਜੀ ਬਸ ਇੱਕੋ ਚੀਜ਼ ਐਡ ਕਰਨੀ ਹੈ ਕਿ ਆਮ ਆਦਮੀ ਪਾਰਟੀ ਪਹਿਲਾਂ ਤਾਂ ਆਪਦੇ ਖਿਲਾਫ ਇਹ ਵੀ ਇਨਕੁਆਇਰੀ ਸ਼ੁਰੂ ਕਰਾਵੇ ਵੀ ਮੂਸੇਵਾਲੇ ਦਾ ਜਦੋਂ ਕਤਲ ਹੋਇਆ ਸੀਗਾ ਤੇ ਸਿਕਿਉਰਿਟੀ ਵੀ ਇਹਨਾਂ ਨੇ ਵਿਡਰਾ ਕੀਤੀ ਸੀਗੀ ਤੇ ਨਾਮ ਵੀ ਜਨਤਕ ਇਹਨਾਂ ਨੇ ਕੀਤਾ ਸੀਗਾ। ਇਹ ਵੀ ਇੱਕ ਰਿਲੇਟਡ ਇਨਸੀਡੈਂਟ ਹੈ। ਜੇ ਕਹਿੰਦੇ ਵੀ ਸਰਕਾਰ ਦਾ ਕਸੂਰ ਹੁੰਦਾ ਫॉर ਵਟਐਵਰ ਹੈਪਨਸ ਇਨ ਦੇ ਰਜੀਮ, ਉਹਨਾਂ ਦੇ ਟਾਈਮ ਦੇ ਵਿੱਚ, ਤੇ ਉਹ ਰਿਸਪੌਂਸਿਬਲ ਹੁੰਦੇ ਤਾਂ ਮੂਸੇਵਾਲੇ ਦੇ ਕਤਲ ਲਈ ਵੀ ਆਪਦੇ ਆਪ ਨੂੰ ਰਿਸਪੌਂਸਿਬਲ ਠਹਿਰਾਉਣ ਤੇ ਜਿਹੜੇ ਲੋਕਾਂ ਨੇ ਉਹ ਲਿਸਟ ਜਨਤਕ ਕੀਤੀ ਸੀ ਉਹਨਾਂ ਦੇ ਖਿਲਾਫ ਐਕਸ਼ਨ ਲਵੇ। ਅਜੇ ਤੱਕ ਕੁਝ ਨਹੀਂ ਹੋਇਆ। ਸੋ ਆਮ ਆਦਮੀ ਪਾਰਟੀ ਐਡਵਾਈਸ ਦੇਣ ਤੋਂ ਪਹਿਲਾਂ ਐਡਵਾਈਸ ਨੂੰ ਫੋਲੋ ਕਰਨਾ ਸਿੱਖੇ। ਇਹ ਜਿਹੜਾ ਤੁਸੀਂ ਆਪਣਾ ਸੁਜੈਸ਼ਨ ਦਿੰਦੇ ਹੋ ਨਾ ਗਰੇਵਾਲ ਸਾਹਿਬ,
ਇਹਨਾਂ ਨੂੰ ਪਹਿਲਾਂ ਪਾਰਟੀ ਨੂੰ ਦਿਆ ਕਰੋ ਤਾਂ ਕਿ ਪਾਰਟੀ ਇਹਨੂੰ ਇੰਪਲੀਮੈਂਟ ਕਰੇ ਤੇ ਦੈਨ ਯੂ ਕੈਨ ਟਾਕ ਵਿਦ ਐਨ ਐਗਜ਼ਾਮਪਲ ਨਾਟ ਵਿਦ ਫੈਕਟ ਫ੍ਰੀ ਆਰਗੂਮੈਂਟਸ। ਚਲੋ ਦੇ ਦਿਓ ਜਵਾਬ। ਫਿਰ ਮੈਂ ਕਲੀਅਰ ਸਾਹਿਬ ਆ ਰਹੇ ਸੁਣ ਲਓ ਫਿਰ। ਜੀ ਇੱਕ ਸੈਕਿੰਡ ਗਰੇਵਾਲ ਸਾਹਿਬ ਜੈਬਾਸ ਜੀ ਪੁਆਇੰਟ ਐਡ ਕਰਨਾ ਚਾਹੁੰਦੇ ਆ। ਜੈਬਾਸ ਜੀ ਹਾਂ ਇੱਕ ਪੁਆਇੰਟ ਦੇਖੋ, ਇਹ ਜਿਹੜਾ ਹੁਣ ਕਹਿ ਰਹੇ ਨੇ ਕਿ ਅਸੀਂ ਬਹੁਤ ਵਧੀਆ ਕੰਮ ਕੀਤਾ ਪਟਿਆਲੇ ਦੇ ਵਿੱਚ ਪੁਲਿਸ ਨੇ, ਇਹਦੇ ਮੈਂ ਜ਼ਿਆਦਾ ਨਹੀਂ ਕਵਾਂਗਾ, ਇਹਦੇ ਉੱਤੇ ਬਹੁਤ ਡਿਬੇਟ ਹੋਈ ਹੈ। ਸਾਰਿਆਂ ਨੂੰ ਪਤਾ ਹੈ ਕਿ ਹਥਿਆਰਬੰਦ ਲੋਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਪੈਦਲ ਚੱਲ ਕੇ ਆਏ ਨੇ ਕਾਲੀ ਮਾਤਾ ਮੰਦਿਰ ਦੇ ਵੱਲ, ਤੇ ਦੂਸਰੇ ਵਾਲੇ ਨੇ ਉਹ ਵੀ ਪੈਦਲ ਚੱਲ ਕੇ ਆਏ ਨੇ। ਦੋਨੋਂ ਪਾਸੇ ਰਿਐਕਸ਼ਨ ਦੇ ਵਿੱਚ 20 25 ਮਿੰਟ ਦਾ ਫਰਕ ਸੀਗਾ। ਜਿਹੜੇ ਟਾਈਮ ਦੇ ਵਿੱਚ ਉੱਥੇ ਪੁਲਿਸ ਨੇ ਕੁਝ ਨਹੀਂ ਕੀਤਾ, ਪੁਲਿਸ ਨੇ ਉਸ ਟਾਈਮ ਦੇ ਵਿੱਚ ਉੱਥੇ ਕੁਝ ਕਿਉਂ ਨਹੀਂ ਕੀਤਾ, ਤੇ ਬਾਅਦ ਦੇ ਵਿੱਚ ਐਡੀ ਜ਼ਿਆਦਾ ਪਾਵਰ, ਐਡੀ ਜ਼ਿਆਦਾ ਯੂਜ਼ ਆਫ ਪਾਵਰ ਤੇ ਗੋਲੀਆਂ ਕਿਉਂ ਚਲਾਈਆਂ। ਸੋ ਦ ਪੁਲਿਸ ਦਾ ਜਿਹੜਾ ਐਕਸ਼ਨ ਹੈ ਉੱਥੇ ਬਹੁਤ ਹੀ ਅਨਪ੍ਰੋਫੈਸ਼ਨਲ, ਹੈਫਜ਼ਾਰਡ, ਅਨਕੋਆਰਡੀਨੇਟਡ ਤੇ ਮੋਟੀਵੇਟਡ ਸੀਗਾ। ਤੇ ਇਹ ਗੱਲ ਜਿਹੜੀ ਹੈ ਇਹਦੇ ਵਾਸਤੇ ਇਹਨਾਂ ਨੂੰ ਕੋਈ ਸ਼ਾਬਾਸ਼ੀ ਨਹੀਂ ਲੈਣੀ ਚਾਹੀਦੀ। ਮੈਂ ਕਲੇਰ ਸਾਹਿਬ ਤੋਂ ਇੱਕ ਵਾਰੀ ਜਵਾਬ ਲੈ ਲਾਂ, ਫਿਰ ਗਰੇਵਾਲ ਸਾਹਿਬ ਤੁਹਾਡੇ ਕੋਲ ਆ ਰਹੇ ਜੀ। ਕਲੇਰ ਸਾਹਿਬ। ਬਰਾੜ ਸਾਹਿਬ, ਅੱਜ ਨਾ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਕਿ ਤੁਸੀਂ ਗਰੇਵਾਲ ਸਾਹਿਬ ਦੀਆਂ ਜਿਹੜੀਆਂ ਇਸ ਡਿਬੇਟ ਦੀਆਂ ਕਲਿੱਪਸ ਨੇ ਇਹ ਜਰਾ ਕੱਢ ਲਿਓ। ਇਹਨਾਂ ਨੇ ਤਾਂ ਅੱਜ ਸਾਰਾ ਪ੍ਰੋਸੀਕਿਊਸ਼ਨ ਦਾ ਕੇਸ ਹੀ ਡਿਮੋਲਿਸ਼ ਕਰਤਾ। ਇਹ ਆਮ ਆਦਮੀ ਪਾਰਟੀ ਦੇ ਬੁਲਾਰੇ ਜਨਤਕ ਨੇ, ਤੁਸੀਂ ਇਹਨਾਂ ਨੂੰ ਜੋ ਮਰਜ਼ੀ ਕਰੋ, ਤੁਸੀਂ ਇਹਨਾਂ ਨੂੰ ਕੱਟੋ ਜਿਵੇਂ ਮਰਜ਼ੀ ਦੇਖੋ। ਮੈਂ ਇਹ ਗੱਲ ਕਹਿਣਾ ਕਿ ਆਮ ਆਦਮੀ ਪਾਰਟੀ ਦਾ ਬੁਲਾਰਾ ਟੀਵੀ ਤੇ ਕਹਿ ਰਿਹਾ ਕਿ ਜਿਹੜਾ ਬਹਿਬਲ ਕਲਾਂ ਤੇ ਕੋਟਕਪੂਰੇ ਫਾਇਰਿੰਗ ਹੋਈ ਆ ਪੁਲਿਸ ਨੇ ਨਹੀਂ ਕੀਤੀ, ਉਹ ਕੋਈ ਹੋਰ ਵੈਪਨ ਚੱਲਿਆ। ਸੋ ਇਹਨਾਂ ਨੇ ਤਾਂ ਸਾਰੇ ਪੁਲਿਸ ਵਾਲੇ ਇਦਾਂ ਹੀ ਬਰੀ ਕਰਾ ਦੇਣੇ। ਸੋ ਇਹਨਾਂ ਨੂੰ ਕਹੋ ਕਿ ਘੱਟੋ ਘੱਟ ਪਹਿਲਾਂ ਆਪਣੀ ਪੂਰੀ ਸਟੱਡੀ ਕਰਕੇ ਕੋਈ ਬਿਆਨ ਦੇਣ। ਕੇਸ ਨੂੰ ਡਿਮੋਲਿਸ਼ ਕਰ ਰਹੇ ਨੇ, ਇਨਸਾਫ ਫਿਰ ਕਿੱਥੋਂ ਦਿਵਾਉਣਗੇ। ਔਰ ਦੂਜੀ ਜਿਹੜੀ ਗੱਲ ਆ, ਦੇਖੋ ਮੈਂ ਖੜਿਆਲ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੇ 6 ਜੂਨ ਦੀ ਗੱਲ ਕਰਦੇ ਨੇ, ਖੜਿਆਲ ਸਾਹਿਬ ਜਿਹੜਾ ਸਾਨੂੰ ਨਾ ਸਿਖਾਉਣ, ਸਾਨੂੰ ਪਤਾ ਸੀ ਕੀ ਲਿਖ ਕੇ ਭੇਜਿਆ। ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲਿਖ ਕੇ ਭੇਜਿਆ ਸੀ ਉਹ ਅਕੋਰਡਿੰਗ ਟੂ ਸੀਆਰਪੀਸੀ ਭੇਜਿਆ ਸੀ, ਕਿਉਂਕਿ ਸੀਆਰਪੀਸੀ ਪ੍ਰੋਵਾਈਡ ਕਰਦੀ ਹੈ ਕਿ ਐਨੀ ਸੀਨੀਅਰ ਸਿਟੀਜ਼ਨ ਤੁਸੀਂ ਉਹਨੂੰ ਇਨਵੈਸਟੀਗੇਸ਼ਨ ਲਈ ਪੁਲਿਸ ਸਟੇਸ਼ਨ ਨਹੀਂ ਬੁਲਾ ਸਕਦੇ, ਤੁਹਾਨੂੰ ਘਰ ਜਾ ਕੇ ਕਰਨੀ ਪਊਗੀ। ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਸ 95 ਇਅਰਸ ਆਫ ਏਜ। ਸੋ ਇਹ ਗੱਲ ਕਿਹਾ ਸੀਗਾ ਕਿ ਜੇ ਕੋਈ ਇਨਵੈਸਟੀਗੇਸ਼ਨ ਕਰਨੀ ਹੈ ਮੈਂ ਤਿਆਰ ਹਾਂ, ਤੁਸੀਂ ਆਓ, ਮੇਰੇ ਘਰ ਦੇ ਦਰਵਾਜ਼ੇ ਖੁੱਲੇ ਨੇ। ਸੋ ਇਹਨਾਂ ਨੂੰ ਪਹਿਲਾਂ ਉਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ। ਸੋ ਅੱਜ ਮੈਂ ਫੇਰ ਬਰਾੜ ਸਾਹਿਬ ਤੁਹਾਡੇ ਉਸ ਤੋਂ ਇਹ ਗੱਲ ਪੁੱਛਦਾ ਹਾਂ ਕਿ ਗਰੇਵਾਲ ਸਾਹਿਬ ਕਹਿਣਾ ਕੀ ਚਾਹੁੰਦੇ ਨੇ। ਗਰੇਵਾਲ ਸਾਹਿਬ ਇਹ ਕਹਿਣਾ ਚਾਹੁੰਦੇ ਕਿ ਜੋ ਪਟਿਆਲੇ AK-47 ਚੱਲੀਆਂ, ਇੰਨੇ ਫਾਇਰ ਹੋਏ, ਉਹ ਜਾਇਜ਼ ਸੀ? ਅਗਰ ਉਹ ਜਾਇਜ਼ ਸੀ, ਅਗਰ ਉੱਥੇ ਭਗਵੰਤ ਮਾਨ ਨੂੰ ਸੰਮਨ ਨਹੀਂ, ਤਾਂ ਫਿਰ ਕੀ ਸਿਆਸਤ ਤਹਿਤ, ਕਿਉਂਕਿ ਐਕਸਾਈਜ਼ ਘੁਟਾਲਾ ਬੇਨਕਾਬ ਹੋ ਗਿਆ, ਮਨੀਸ਼ ਸਿਸੋਦੀਆ ਫਸਦਾ, ਰਾਘਵ ਚੱਡਾ ਫਸਦਾ, ਕੇਜਰੀਵਾਲ ਫਸਦਾ, ਫਿਰ ਸੋਚਿਆ ਕਿ ਚਲੋ ਜੀ ਉਹ ਪੁਰਾਣਾ ਜਿੰਨ ਹੈ, ਕਿਉਂਕਿ ਆਪਾਂ ਇਨਸਾਫ ਤਾਂ ਦੇਣਾ ਨਹੀਂ ਪੰਜਾਬ ਦੇ ਲੋਕਾਂ ਨੂੰ, ਸੋ ਜਿੰਨ ਨੂੰ ਬਾਹਰ ਕੱਢੋ, ਆਪਣੀ ਐਕਸਾਈਜ਼ ਪਾਲਿਸੀ ਤੋਂ ਧਿਆਨ ਭਟਕਾਓ ਤੇ ਸੰਮਨ ਖੇਡਦੇ ਆ। ਸੋ ਮੇਰਾ ਬਰਾੜ ਸਾਹਿਬ ਇਹ ਕਹਿਣਾ ਕਿ ਇੰਨੀਆਂ ਇਨਕੁਆਇਰੀਆਂ, ਇੰਨੀਆਂ ਇਨਵੈਸਟੀਗੇਸ਼ਨਾਂ, ਔਰ ਹੁਣ ਤਾਂ ਚਲਾਨ ਪੇਸ਼ ਹੋ ਗਏ। ਸੋ ਇਹ ਸਟੇਜ ਤੇ ਸੰਮਨ ਕੱਢਣਾ ਸਿਰਫ ਦਿਖਾਉਂਦਾ ਕਿ ਸਰਕਾਰ ਆਪਣੇ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਕੇ ਸਿਰਫ ਤੇ ਸਿਰਫ ਗੰਦੀ ਰਾਜਨੀਤੀ ਕਰਨਾ ਚਾਹੁੰਦੀ ਹੈ, ਔਰ ਉਹੀ ਇਹ ਸਭ ਕੁਝ ਕਰ ਰਹੇ ਨੇ। ਚਲੋ ਗਰੇਵਾਲ ਸਾਹਿਬ ਆਵਾ ਚਿਰ ਦਾ ਹੱਥ ਖੜਾ ਕਰੀ ਖੜੇ ਨੇ। ਜੀ ਸਾਹਿਬ ਇੱਕ ਜਵਾਬ ਦੇਣਾ ਕਲੀਅਰ ਸਾਹਿਬ ਦੀ ਗੱਲ ਦਾ ਬੜਾ ਜ਼ਰੂਰੀ ਹੈ। ਮੈਂ ਇੱਕ 10 ਸੈਕਿੰਡ ਹੀ ਲੈਣੀ। ਇਹ ਕਹਿੰਦੇ ਬਾਦਲ ਸਾਹਿਬ ਦੀ ਉਮਰ ਉਦੋਂ 95 ਸਾਲ ਸੀ, 95 ਨਹੀਂ 93 ਸਾਲ ਸੀ। ਬਾਦਲ ਸਾਹਿਬ ਦੀ ਉਮਰ ਹੈ, ਤੁਹਾਡੇ ਲੀਡਰ ਨੇ ਜ਼ਿਆਦਾ। ਚਲੋ ਕੋਈ ਦੂਜੀ ਗੱਲ ਇੱਕ ਹੋਰ ਚੀਜ਼ ਹੈ। ਦੂਜੀ ਗੱਲ, ਇਹਨਾਂ ਨੇ ਜਿਹੜੇ ਹੈਲਥ ਰੀਜ਼ਨ ਦੀ ਗੱਲ ਕੀਤੀ ਹੈ, ਸੀਆਰਪੀਸੀ ਦੀ ਗੱਲ ਕਰ ਰਹੇ ਹੈ, that happened subsequently after that। ਤੁਹਾਡੇ ਚੀਮਾ ਸਾਹਿਬ ਨੇ ਆਪ ਕਿਹਾ ਵੀ ਹੈਲਥ ਰੀਜ਼ਨਸ ਕਰਕੇ ਅਸੀਂ ਖੜਿਆਲ ਸਾਹਿਬ ਤੁਸੀਂ ਨਾ ਜਾਂ ਤਾਂ ਪੜ੍ਹ ਲਿਆ ਕਰ ਭਰਾ। ਮੈਂ ਨਾ ਤੁਹਾਨੂੰ ਇੱਕ ਗੱਲ ਕਹਾਂ ਮੇਰੇ ਵੀਰ ਨੂੰ, ਥੋੜਾ ਜਿਹਾ ਪੜ੍ਹ ਲਿਆ ਕਰੋ, ਥੋੜਾ ਜਿਹਾ ਸੀਆਰਪੀਸੀ ਪੜ੍ਹ ਲਓ, ਆਈਪੀਸੀ ਪੜ੍ਹ ਲਓ। ਸੋ ਯੂ ਆਰ ਵੈਰੀ ਨਿਊ ਟੂ ਦਾ ਪ੍ਰੋਫੈਸ਼ਨ। ਸੋ ਘੱਟੋ ਘੱਟ ਜਿਹੜੀ ਡਿਬੇਟ ਹੋ ਰਹੀ ਹੈ, ਡਿਬੇਟ ਨੂੰ ਡਿਬੇਟ ਵਾਂਗੂ ਚੱਲਣ ਦਿਓ, ਡਿਬੇਟ ਵਾਂਗੂ ਚੱਲਣ ਦਿਓ। ਇਧਰ ਉਧਰ ਦੀਆਂ ਗੱਲਾਂ ਘੱਟ ਮਾਰਿਆ ਕਰੋ। ਇਹ ਜਿਹੜੀ ਆਪਣੀ ਲਾਅ ਚਮਕਾਉਣੀ ਹੈ, ਤੁਸੀਂ ਟੈਕਨੀਕਲੀ ਡਿਬੇਟ 'ਚ ਨਾ ਜਾਓ ਪਲੀਜ਼। ਮੈਂ ਗਰੇਵਾਲ ਸਾਹਿਬ ਵੀ ਉਹੀ ਗੱਲ ਕਰ ਰਹੇ ਸੀ ਪਹਿਲਾਂ, ਫਿਰ ਟੈਕਨੀਕਲ ਡਿਬੇਟ ਫਿਰ ਸ਼ੁਰੂ ਹੋ ਜਾਣੀ ਹੈ। ਗਰੇਵਾਲ ਸਾਹਿਬ ਕੁਵਰ ਵਿਜੇ ਪ੍ਰਤਾਪ ਨੂੰ ਕੰਪਲੀਮੈਂਟ ਤੇ ਕਮੈਂਟ ਕਰਦੇ ਹੁੰਦੇ ਸੀਗੇ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਣੀ। ਚਲੋ ਪਲੀਜ਼ ਗਰੇਵਾਲ ਸਾਹਿਬ ਨੂੰ ਸੁਣ ਲਈਏ, ਗਰੇਵਾਲ ਸਾਹਿਬ ਨੂੰ ਸੁਣ ਲਈਏ ਪਲੀਜ਼। ਉਹ ਸਾਡੀ ਕਿਤੇ ਸੁਣਨ ਦੇਣੀ ਹੈ, ਸੁਣ ਲਓ, ਸਾਡੀ ਵੀ ਸੁਣ ਲਓ ਭਾਈ ਸਾਹਿਬ, ਤਿੰਨਾਂ ਨੇ ਸੁਣਾ ਲੀਆਂ। ਹੁਣ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ, ਤੁਹਾਡੀ ਤੇ ਜ਼ਰੂਰੀ ਹੈ ਜੀ, ਜਵਾਬ ਤਾਂ ਦਿਆ ਕਰੋ। ਤੁਹਾਡੀ ਆਵਾਜ਼ ਆਉਣੋਂ ਹਟ ਗਈ ਗਰੇਵਾਲ ਸਾਹਿਬ। ਇਹ ਕੋਈ ਜਵਾਬ ਨਹੀਂ ਹੁੰਦਾ ਤੇ ਇਹ ਹੋਣਾ ਹੀ ਸੀਗਾ। ਬਰਾੜ ਸਾਹਿਬ ਮੈਂ ਇੱਕ ਗੱਲ ਕਹੂੰਗਾ, ਕੁਵਰ ਵਿਜੇ ਪ੍ਰਤਾਪ ਨੂੰ ਬੜਾ ਕੰਪਲੀਮੈਂਟ ਤੇ ਕਮੈਂਟ ਕਰਦੇ ਹੁੰਦੇ ਸੀਗੇ ਜਦੋਂ ਸਰਕਾਰ ਬਣੀ ਨਹੀਂ ਸੀ। ਬਾਅਦ ਚ ਪਾਰਟੀ ਜਦੋਂ ਆਵਾਜ਼ ਆ ਗਈ, ਸੁਣ ਲਈਏ ਪਲੀਜ਼ ਖੜਿਆਲ ਸਾਹਿਬ ਸੁਣ ਲਈਏ ਜੀ। ਗਰੇਵਾਲ ਸਾਹਿਬ
ਪਹਿਲੀ ਗੱਲ ਤਾਂ ਸਮਝੋ ਸਰ, ਮੈਂ ਸਭ ਤੋਂ ਪਹਿਲਾਂ ਤਾਂ ਥੈਂਕ ਯੂ। ਮੈਂ ਤੁਹਾਡੇ ਪ੍ਰੋਡਿਊਸਰ ਨਾਲ ਲੜਦਾ ਸੀ, ਤੁਸੀਂ ਮੇਰੇ ਕਲਿੱਪ ਨਹੀਂ ਪਾਉਂਦੇ, ਇਹਨਾਂ ਨੇ ਵੀ ਕਹਿਤਾ ਤੇ ਹੁਣ ਪਾਇਆ ਕਰਿਓ ਜੀ ਪਲੀਜ਼, ਇਹ ਗੱਲਾਂ ਨੋਟ ਕਰ ਲਿਓ। ਪਹਿਲੀ ਗੱਲ। ਦੂਜੀ ਗੱਲ ਜਿਹੜੀ ਇਹ ਪਟਿਆਲੇ ਦੇ ਫੰਡਾਮੈਂਟਲ ਡਿਫਰੈਂਸ ਹੈ, ਔਰ ਰੁਕੋ ਜੀ ਰੁਕੋ, ਇੱਕ ਫੰਡਾਮੈਂਟਲ ਡਿਫਰੈਂਸ ਹੈ। ਉੱਥੇ ਇੱਕ ਅਫਸਰ ਨੇ ਆਪਣੇ ਆਪ ਨੂੰ ਫਿਜ਼ੀਕਲੀ ਦੋ ਧੜਿਆਂ ਦੇ ਵਿਚਾਲੇ ਪਾਤਾ। ਐਸਐਸਪੀ ਨਾਨਕ ਸਿੰਘ ਨੇ ਆਪਣੇ ਆਪ ਨੂੰ ਫਿਜ਼ੀਕਲੀ ਦੋ ਧੜਿਆਂ ਦੇ ਵਿਚਾਲੇ ਪਾਇਆ, ਪਹਿਲੀ ਗੱਲ। ਦੂਜੀ ਗੱਲ, ਜਿਹੜੀ ਕਲੇਰ ਸਾਹਿਬ ਕਹਿ ਰਹੇ ਕਿ ਪੰਜਾਬ ਪੁਲਿਸ ਨੂੰ ਕਲੀਨ ਚਿੱਟ ਦਿੱਤੀ, ਨਹੀਂ ਦਿੱਤੀ। ਪੰਜਾਬ ਪੁਲਿਸ ਦਾ ਇੱਕ ਬਹੁਤ ਵੱਡਾ ਹਿੱਸਾ ਬਿਨਾਂ ਕਾਗਜ਼ਾਂ 'ਚ ਪਏ ਬੇਬਲ ਕਲਾਂ ਗਿਆ, ਇੱਕ ਬਹੁਤ ਵੱਡਾ ਹਿੱਸਾ ਗਿਆ। ਕੁਝ ਇਹੋ ਜਿਹੇ ਅਫਸਰ ਗਏ ਉੱਥੇ, ਇੱਕ ਹੰਟਿੰਗ ਰਾਈਫਲ ਨਾਲ 2 ਬੰਦੇ ਮਾਰੇ ਗਏ, ਪੰਜਾਬ ਪੁਲਿਸ ਦੀ ਪ੍ਰੈਜ਼ੈਂਸ 'ਚ ਮਾਰੇ ਗਏ। ਅਸੀਂ ਉਹ ਇਨਵੈਸਟੀਗੇਟ ਕਰਾਂਗੇ। ਦੂਜੀ ਗੱਲ ਸਰ, ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਬਰਾੜ ਸਾਹਿਬ, ਸਿੰਪਲ ਜੀ ਗੱਲ ਹੈ। 5 ਸਾਲ ਇਹਨਾਂ ਨੂੰ ਇਹ ਸਾਰਾ ਕੁਝ ਹੋਇਆ ਕਿਉਂ ਸੀ? ਇਹ ਸਾਰਾ ਕੁਝ ਕੀਤਾ ਤਾਂ ਗਿਆ ਸੀਗਾ ਕਿ ਪੰਜਾਬ 'ਚ ਆਪ ਨੂੰ ਰੋਕਿਆ ਜਾਏ, ਜਿਹਦੇ ਲਈ ਇਹ 5 ਸਾਲ ਸਕਸੈਸਫੁਲ ਹੋਏ। ਪਰ ਪੰਜਾਬ ਦੇ ਲੋਕ ਹੁਣ ਸਰਕਾਰ ਆਈ ਹੈ, ਸਹੀ ਮਨਸ਼ਾ ਨਾ ਕਰ ਰਹੇ। ਇੱਕ ਉਮਰ ਵਿਜੇ ਪ੍ਰਤਾਪ ਦੀ ਗੱਲ ਕਰ ਰਹੇ ਸੀਗੇ ਭਾਈ ਸਾਹਿਬ, ਤੁਹਾਡੇ ਚੋਂ ਕਿਸੇ ਦਾ ਕੋਈ ਰੋਲ ਨਹੀਂ ਸੀ। ਸਬ ਇੰਸਪੈਕਟਰ ਨੇ ਰਿਟ ਪਾਈ ਸੀ ਹਾਈ ਕੋਰਟ 'ਚ, ਸੁਣੋ ਹਾਈ ਕੋਰਟ ਦੇ ਰਿਟ ਪਾਈ ਸੀਗੀ, ਐਂਡ ਸਬ ਇੰਸਪੈਕਟਰ ਦੀ ਰਿਟ ਤੇ ਤੁਸੀਂ ਸਭ ਨੇ ਟੈਕਨੀਕੈਲਿਟੀ ਤੇ ਕਰਾਇਆ, ਐਂਡ ਤੁਹਾਡੇ ਭਾਈਵਾਲ ਏਜੀ ਨੇ ਸਪੋਰਟ ਨਹੀਂ ਕੀਤੀ। ਤੁਹਾਡੇ ਭਾਈਵਾਲ ਏਜੀ ਨੇ ਸਪੋਰਟ ਨਹੀਂ ਕੀਤੀ। ਅਸੀਂ ਵਾਅਦਾ ਕਰਦੇ ਹਾਂ, ਮੈਂ ਕਹਿੰਦਾ ਜੀ ਅਸੀਂ ਵਾਅਦਾ ਕਰਦੇ ਹਾਂ, ਤੁਹਾਡੇ ਮੂਹਰੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਲਗਾਵਾਂਗੇ। ਮੈਂ ਅੱਜ ਜੈਬੰਸ ਜੀ ਤੋਂ ਥੋੜੀ ਜੀ ਮਾਫੀ ਚਾਹੂੰਗਾ, ਮੈਂ ਉਹਨਾਂ ਕੋਲੇ ਘੱਟ ਜਾ ਪਾ ਰਿਹਾ ਕਿਉਂਕਿ ਸ਼ੋਰ ਸ਼ਰਾਬਾ ਇੰਨੇ ਉਲਝ ਗਏ ਸਵਾਲ ਜਵਾਬ ਜੈਬੰਸ ਜੀ ਕਿ ਉਹ ਮੈਨੂੰ ਮੌਕਾ ਨਹੀਂ ਮਿਲ ਰਿਹਾ। ਮੈਂ ਵਿਜੇ ਜੀ, ਜਦੋਂ ਤੱਕ ਮੈਨੂੰ ਇਨਵਾਈਟ ਨਾ ਕੀਤਾ ਜਾਏ ਮੈਂ ਬੋਲਦਾ ਨਹੀਂ ਹੁੰਦਾ। ਆਈ ਡੋਂਟ ਸਪੀਕ ਇਨ ਬਿਟਵੀਨ। ਸੋ ਜਦੋਂ ਤੁਸੀਂ ਪੁੱਛੋਗੇ ਮੈਂ ਬੋਲਦਾ ਨਾ। ਨਹੀਂ ਤੁਸੀਂ ਦੱਸ ਦਿਓ, ਤੁਸੀਂ ਸੁਣ ਲਿਆ ਸਾਰਾ, ਇਹ ਏਦਾਂ ਹੀ ਚੱਲੀ ਜਾਣਾ, ਤੁਸੀਂ ਆਪਣੀ ਗੱਲ ਐਡ ਕਰ ਸਕਦੇ ਹੋ। ਨਹੀਂ, ਮੇਰੀ ਗੱਲ ਤੇ ਇਹ ਹੈ ਕਿ ਇਹ ਜਿਹੜਾ ਕਹਿ ਰਹੇ ਨੇ ਨਾ ਬਹੁਤ ਜ਼ਿਆਦਾ ਆਪਣੇ ਗਰੇਵਾਲ ਸਾਹਿਬ ਕਿ ਇਹਨਾਂ ਨੂੰ ਪਿੱਛੇ ਕਰਨ ਦੇ ਵਾਸਤੇ ਉਹ ਗੋਲੀ ਚਲਾਈ ਗਈ ਸੀਗੀ, ਐਸਾ ਕੁਝ ਨਹੀਂ ਹੈ। ਉਸ ਵੇਲੇ ਇਹ ਮਾਝਾ ਦੁਆਬਾ ਤੇ ਮਾਝੇ ਦੇ ਵਿੱਚ ਬਹੁਤ ਵੀਕ ਸੀਗੇ, ਮਾਲਵਾ ਦੇ ਵਿੱਚ ਤੇ ਫਿਰ ਵੀ ਇਹ ਕੁਝ ਸੀਟਾਂ ਲੈ ਕੇ ਚਲੇ ਗਏ। ਸੋ ਇਹਨਾਂ ਨੂੰ ਸਾਰਾ ਟਾਈਮ ਵਿਕਟਿਮ ਕਾਰਡ ਨਹੀਂ ਖੇਡਦੇ ਰਹਿਣਾ ਚਾਹੀਦਾ ਕਿ ਨਹੀਂ ਜੀ ਨਹੀਂ ਸਾਰਾ ਕੁਝ ਦੁਨੀਆ ਦੇ ਵਿੱਚ ਸਾਡੇ ਕਾਰਨ ਨਹੀਂ ਹੋ ਰਿਹਾ ਹੈ। It was nothing of that sort. They were not ready to win, and that is why they lost. ਠੀਕ ਹੈ ਕਲੀਅਰ ਸਾਹਿਬ, ਤੁਸੀਂ ਕੀਤਾ ਸਰ। ਐਤਕੀ ਵੀ ਤੁਸੀਂ ਕਹਿ ਰਹੇ ਸੀ ਅਸੀਂ ਵੀਕ ਸੀਗੇ, ਐਤਕੀ ਵੀ ਤੁਸੀਂ ਕਹਿ ਰਹੇ ਸੀਗੇ। ਐਤਕੀ ਕਿਹੜਾ ਹੋ ਗਿਆ ਜੀ? ਐਤਕੀ ਕਿਹੜਾ ਡਰਾਮੇ ਸ਼ੁਰੂ ਨਹੀਂ ਹੋਏ ਸੀਗੇ? ਚਲੋ ਕਲੀਅਰ ਸਾਹਿਬ ਨੂੰ ਜਵਾਬ ਦੇ ਲੈਣ ਦਿਓ ਕਿਉਂਕਿ ਇਸ਼ੂ ਉਹਨਾਂ ਦੇ ਨਾਲ ਕੰਸਰਨਡ ਜ਼ਿਆਦਾ ਹੈ, ਇਸ ਕਰਕੇ ਕਲੀਅਰ ਸਾਹਿਬ ਦਾ ਗੱਲ ਆਉਣੀ ਬਣਦੀ ਹੈ। ਪਲੀਜ਼ ਕਲੀਅਰ ਸਾਹਿਬ ਜੀ। ਬਰਾੜ ਸਾਹਿਬ ਦੇਖੋ, ਸ਼੍ਰੋਮਣੀ ਅਕਾਲੀ ਦਲ ਬੜਾ ਸਪਸ਼ਟ ਹੈ। ਅੱਗੇ ਵੀ ਜਾਂਚ ਦੇ ਵਿੱਚ ਜਦੋਂ ਬੁਲਾਇਆ ਗਿਆ, ਜਿਹਨੂੰ ਬੁਲਾਇਆ ਗਿਆ, ਅਸੀਂ ਸਹਿਯੋਗ ਕੀਤਾ, ਅੱਗੇ ਵੀ ਕਰਦੇ ਰਵਾਂਗੇ। ਜਿਹੜਾ ਪਿਛਲਾ ਸੰਮਨ ਹੈ ਬੜੇ ਸਪਸ਼ਟ ਤੌਰ ਤੇ ਕਹਿੰਦੇ ਆ ਕਿ ਸੰਮਨ ਕਦੇ ਸਰਵ ਨਹੀਂ ਕਰਾਇਆ ਗਿਆ, ਔਰ ਉਲਟਾ ਐਸਆਈਟੀ ਨੂੰ ਅਸੀਂ ਲਿਖਤੀ ਭੇਜਿਆ, ਔਰ ਲਿਖਤੀ ਅਸੀਂ ਪੁੱਛਿਆ ਕਿ ਜਿਹੜਾ ਸੰਮਨ ਤੁਹਾਡਾ ਮੀਡੀਆ ਤੇ ਘੁੰਮ ਰਿਹਾ ਕੀ ਉਹ ਤੁਹਾਡਾ ਹੈ? ਅਗਰ ਤੁਹਾਡਾ ਸੰਮਨ ਹੈ ਤਾਂ 30 ਤਰੀਕ ਨੂੰ ਅਸੀਂ ਜ਼ੀਰਾ ਕੋਰਟ ਹਾਂ, ਕਿਉਂਕਿ ਕੋਰਟ ਦਾ ਜਿਹੜਾ ਤਾਰੀਖ ਹੈ ਜਾਂ ਕੋਰਟ ਦਾ ਸੰਮਨ ਹੈ ਹਮੇਸ਼ਾ ਹੀ ਪੁਲਿਸ ਦੇ ਸੰਮਨ ਤੋਂ ਵੱਡਾ ਹੈ। ਸੋ ਕੋਰਟ ਦੇ ਵਿੱਚ ਅਸੀਂ ਜਾਣਾ ਹੀ ਜਾਣਾ ਸੀ। ਅਗਲੀ ਜਿਹੜੀ ਤਰੀਕ ਦਿੱਤੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਜਾਵਾਂਗੇ। ਪਰ ਬੁਨਿਆਦੀ ਸਵਾਲ ਇੱਕ ਖੜਾ ਹੈ ਵਿਜੇਪਾਲ ਬਰਾੜ ਸਾਹਿਬ ਕਿ ਕੀ ਇਹ ਜਿਹੜੀ ਜਾਂਚ ਹੈ ਜੀ, ਹਾਂ ਕੀ ਇਹ ਜਾਂਚ ਹੈ ਜਿਹੜੀ ਵਿਜੇਪਾਲ ਬਰਾੜ ਸਾਹਿਬ, ਕੀ ਇਹ ਜਾਂਚ ਸਿਰਫ ਤੇ ਸਿਰਫ ਲੋਕ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ? ਕਿਉਂ ਨਹੀਂ ਅੱਜ ਉਹ ਗੱਲਾਂ ਹੁੰਦੀਆਂ? ਕਿਉਂ ਨਹੀਂ ਐਕਸਾਈਜ਼ ਪਾਲਿਸੀ ਦੇ ਉੱਤੇ ਗੱਲ ਕਰਦੇ? ਕਿਉਂ ਨਹੀਂ ਜਿਹੜਾ 500 ਕਰੋੜ ਦਾ ਘਟਾਲਾ ਪੰਜਾਬ ਚ ਹੋ ਰਿਹਾ ਉਹਦੇ ਉੱਤੇ ਗੱਲ ਕਰਦੇ? ਕਿਉਂ ਨਹੀਂ 1000 ਰੁਪਇਆ ਜਿਹੜਾ ਮਹਿਲਾਵਾਂ ਨੂੰ ਦੇਣਾ ਉਹਦੇ ਉੱਤੇ ਗੱਲ ਕਰਦੇ? ਕਿਉਂ ਨਹੀਂ ਨੌਕਰੀਆਂ ਦੇ ਉੱਤੇ ਗੱਲ ਕਰਦੇ? ਕਿਉਂ ਨਹੀਂ ਫ੍ਰੀ ਪਾਵਰ ਦੇ ਉੱਤੇ ਗੱਲ ਕਰਦੇ? ਤਾਂ ਕਹਿੰਦੇ ਸੀ ਬਿੱਲ ਹੀ ਨਹੀਂ ਆਇਆ, ਲੋਕਾਂ ਨੂੰ ਪਿੰਡਾਂ 'ਚ ਬਿੱਲ ਆ ਰਹੇ ਨੇ। ਕਿੰਨਾ ਕੁ ਚਿਰ ਮੈਂ ਬਰਾੜ ਸਾਹਿਬ ਕੀ ਪੁੱਛਣਾ ਚਾਹੁੰਦਾ? ਬਰਾੜ ਸਾਹਿਬ ਇੱਕ ਮਿੰਟ 10 ਸੈਕਿੰਡ ਜੀ ਲੋ ਮੈਂ ਬਰਾੜ ਸਾਹਿਬ ਇੰਨੀ ਗੱਲ ਕਹਿਣੀ ਚਾਹੁੰਦਾ, ਆਮ ਆਦਮੀ ਜਿਹੜੀ ਪਾਰਟੀ ਹੈ ਕਹਿ ਲੋ ਇਹ ਕਿੰਨਾ ਕੁ ਚਿਰ ਇਹ ਚੀਜ਼ਾਂ ਦੇ ਪਿੱਛੇ ਪਰਸੈਪਸ਼ਨ ਪੋਲਿਟਿਕਸ ਦੇ ਪਿੱਛੇ ਲੁੱਕ ਕੇ ਕਰੂਗੀ? ਇਹ ਬਿਲਕੁਲ ਸਪਸ਼ਟ ਹੈ। ਬੇਅਦਬੀਆਂ ਦੀ ਜਾਂਚ ਮੁਕੰਮਲ ਹੈ। ਚਲੋ ਉਹੀ ਗੱਲ ਜੈਬੰਸ ਜੀ ਕਹਿ ਰਹੇ ਸੀ, ਉਹੀ ਗੱਲ ਜੈਬੰਸ ਜੀ ਕਹਿ ਰਹੇ ਸੀ। ਕੋਟਕਪੂਰਾ ਦੇ ਵਿੱਚ ਜਾਂਚ ਕੰਪਲੀਟ ਹੈ, ਪਰ ਇਹ ਜਾਂਚ ਪਟਿਆਲੇ ਦੇ ਇਨਸੀਡੈਂਟ ਦਾ ਜਵਾਬ ਨਹੀਂ ਦਿੰਦਾ। ਇੱਧਰ ਨੂੰ ਗੱਲਾਂ ਕਰਦੇ। ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਆਸ਼ਵਾਸਨ ਦੇ ਸਕਦੀ ਹੈ ਵੀ ਇਹ ਇਨਸਾਫ ਕਰੂਗੀ ਇਹ ਮਾਮਲੇ ਦੇ ਵਿੱਚ। ਕਿਉਂ? ਕਿਉਂਕਿ ਇਹਨਾਂ ਦੇ ਆਪਦੇ ਲੀਡਰ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਜੀ ਨੇ ਇਹ ਗੱਲ ਕੀ ਸੀ ਵੀ ਤੁਸੀਂ ਜਿਨ੍ਹਾਂ ਨੂੰ ਏਜੀ ਲਾਤਾ ਉਹ ਤਾਂ ਪਹਿਲਾਂ ਮੁਲਜ਼ਮਾਂ ਦੇ ਵਕੀਲ ਰਹੇ ਹੈ। ਇੱਥੇ ਬਹੁਤ ਵੱਡਾ ਕਨਫਲਿਕਟ ਆਫ ਇੰਟਰਸਟ ਹੈ। ਇਹਨਾਂ ਦੇ ਆਪਦੇ ਸਿਟਿੰਗ ਐਮਐਲਏ
ਫਾਰਮਰ ਜਿਹੜੇ ਸਿੱਟ ਦੇ ਵਿੱਚ ਸੀਗੇ ਉਹ ਵਿਅਕਤੀ ਨੇ ਇਹ ਗੱਲ ਕਹੀ ਹੈ ਜਿਨ੍ਹਾਂ ਨੂੰ ਏਜੀ ਸਾਹਿਬ ਦੇ ਨਾਲ ਡਿਸਕੰਟੈਂਟਮੈਂਟ ਹੈ ਤੇ ਆਮ ਆਦਮੀ ਪਾਰਟੀ ਜਾਂ ਤਾਂ ਕੁੰਵਰ ਵਿਜੇ ਪ੍ਰਤਾਪ ਨੂੰ ਗਲਤ ਕਵੇ ਤੇ ਜਾਂ ਫਿਰ ਜਿਹੜੇ ਏਜੀ ਦੇ ਉੱਤੇ ਸਵਾਲ ਕੁੰਵਰ ਵਿਜੇ ਪ੍ਰਤਾਪ ਖੜੇ ਕਰ ਰਿਹਾ ਉਹਨਾਂ ਨੂੰ ਗਲਤ ਕਹਿਣ ਤੇ ਇਨਸਾਫ ਇਹਦੇ ਵਿੱਚ ਕਿਵੇਂ ਚਲੋ ਮੈਂ ਮੇਰੇ ਕੋਲੇ ਆਖਰੀ 2-3 ਮਿੰਟ ਬੱਚੇ ਨੇ ਮੈਂ ਗਰੇਵਾਲ ਸਾਹਿਬ ਤੋਂ ਜਵਾਬ ਲੈਣਾ ਹੈ ਜ਼ਰੂਰੀ ਮੇਰਾ ਲਾਸਟ ਹੈ ਕਿਉਂਕਿ ਇਹਨਾਂ ਨੇ ਦਿਓਲ ਸਾਹਿਬ ਵੱਲੇ ਵੀ ਇਹ ਸਵਾਲ ਖੜਾ ਕੀਤਾ ਸੀਗਾ ਦਿਓਲ ਸਾਹਿਬ ਨੂੰ ਜਦੋਂ ਏਜੀ ਬਣਾਇਆ ਗਿਆ ਸੀ ਤੇ ਉਦੋਂ ਬਾਅਦ ਰਿਪਲੇਸ ਹੋਈ ਸੀ ਇਹਨਾਂ ਨੇ ਸਵਾਲ ਖੜਾ ਕੀਤਾ ਤੇ ਤੀਜਾ ਇੱਥੇ ਲਾਈਟ ਨਹੀਂ ਹੈਗੀ ਜਦ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਪਸੀਨੇ ਦਾ ਪਸੀਨਾ ਆ ਰਿਹਾ ਠੀਕ ਹੈ ਗਰੇਵਾਲ ਸਾਹਿਬ ਜਵਾਬ ਇਹ ਹੈ ਜਦੋਂ ਦਿਓਲ ਸਾਹਿਬ ਵੇਲੇ ਮੈਂ ਇਹਨਾਂ ਨੂੰ ਸਵਾਲ ਪੁੱਛਿਆ ਸੀ ਉਦੋਂ ਇਹ ਜਵਾਬ ਨਹੀਂ ਦੇ ਪਾਏ ਸੀ ਜਿਹੜਾ ਕਿ ਮੈਂ ਹੁਣ ਦੇ ਰਿਹਾ ਕਿ ਤੁਸੀਂ ਬਿਲਕੁਲ ਦਿੱਤਾ ਸੀਗਾ ਮੈਂ ਅਸੀਂ ਰਿਪਲੇਸ ਰੁਕੋ ਪਲੀਜ਼ ਰੁਕੋ ਮੈਨੂੰ ਗੱਲ ਕਰਨ ਦਿਓ ਪਲੀਜ਼ ਆਈ ਡੋਨਟ ਬਰਾੜ ਸਾਹਿਬ ਮੁੱਖ ਦੀ ਗੱਲ ਇਹ ਹੈ ਬਰਾੜ ਸਮਝੋ ਮੈਂ ਕੀ ਕਹਿ ਰਿਹਾ ਸੀ ਕਿ 5 ਮਿੰਟ ਤੋਂ ਸਾਰਾ ਕੁਝ ਕਨਵਰਜ ਕਰ ਜਾਊਗਾ ਅਸੀਂ ਇੱਕ ਗੱਲ ਕਹਿ ਰਹੇ ਹਾਂ ਇੱਕ ਨਵੀਂ ਸਰਕਾਰ ਸੱਚੀ ਮਨਸ਼ਾ ਨਾਲ ਇਨਵੈਸਟੀਗੇਸ਼ਨ ਕਰ ਰਹੀ ਹੈ ਜੇ ਅਕਾਲੀ ਦਲ ਕੋ ਕੁਝ ਲੁਕਾਉਣ ਨੂੰ ਨਹੀਂ ਤੇ ਜੇ ਕਾਂਗਰਸ ਨੇ ਕੁਝ ਨਹੀਂ ਲੁਕੋਇਆ ਫਿਰ ਡਰਦੇ ਕਿਉਂ ਹੋ ਯਾਰ ਅਸੀਂ ਕਿਹੜਾ ਅਰੈਸਟ ਕਰ ਲਿਆ ਕੌਣ ਡਰਦਾ ਹੈ ਤੁਹਾਡੇ ਤੋਂ ਕੌਣ ਡਰਦਾ ਹੈ ਤੁਸੀਂ ਡਰਦੇ ਹੋ ਭਾਈ ਬਰਾੜ ਸਾਹਿਬ ਡਰ ਨਹੀਂ ਰਹੇ ਇਹਨਾਂ ਨੂੰ ਸਮਝਾ ਰਹੇ ਆ ਕਿ ਲੋਕ ਮੁੱਦਿਆਂ ਤੇ ਧਿਆਨ ਦਿਓ ਇਹ ਗੰਦੀ ਸਿਆਸਤ ਤੋਂ ਬਾਜ ਆ ਜਾਓ ਡਰ ਨਹੀਂ ਰਿਹਾ ਇਹਨਾਂ ਤੋਂ ਕੋਈ ਮਾਸਟਰ ਦਾ ਮੁੰਡਾ ਸੀਐਮ ਬਣਾ ਲਿਆ ਫੋਨ ਰਿਪੇਅਰ ਕਰਨ ਵਾਲੇ ਅਸੀਂ ਐਮਐਲਏ ਬਣਾਤੇ ਸਾਡੇ ਤੋਂ ਕਿਉਂ ਡਰਨਾ ਭਾਈ ਸਾਹਿਬ ਡਰੋ ਉਸ ਰੱਬ ਤੋਂ ਤੇ ਡਰੋ ਕਾਨੂੰਨ ਤੋਂ ਸਾਡੇ ਨਹੀਂ ਗੱਲਾਂ ਤਾਂ ਤੁਸੀਂ ਕਰਦੇ ਹੋ ਨਾ ਵੀ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਬਰਾੜ ਸਾਹਿਬ ਜਵਾਬ ਦੇ ਬਰਾੜ ਸਾਹਿਬ ਜਵਾਬ ਲੈ ਲਓ ਮੈਂ ਹੁਣ ਚੁੱਪ ਕਰਾਂ ਜੈਬੰਸ ਜੀ ਇਜ਼ ਵੈਰੀ ਅਨਲਾਈਕ ਬਰਾੜ ਸਾਹਿਬ ਮੇਰੇ ਕੋਲ ਸਮਾਂ ਖਤਮ ਹੋ ਗਿਆ ਬਰਾੜ ਸਾਹਿਬ ਇੱਕ ਮਿੰਟ ਹਾਂ ਬਰਾੜ ਸਾਹਿਬ ਇੱਕ ਮਿੰਟ ਛੋਟਾ ਜਿਹਾ 10 ਸੈਕਿੰਡ ਦਾ ਰਿਐਕਸ਼ਨ ਹੈ ਬਰਾੜ ਸਾਹਿਬ 10 ਸੈਕਿੰਡ ਬਰਾੜ ਸਾਹਿਬ ਜੀ ਬਰਾੜ ਸਾਹਿਬ 10 ਸੈਕਿੰਡ ਦਾ ਰਿਐਕਸ਼ਨ ਤੁਸੀਂ ਜੈਬਾਂਸ ਜੀ ਕੁਝ ਐਡ ਕਰਨਾ ਚਾਹ ਰਹੇ ਨੇ ਬਹੁਤ ਛੋਟਾ ਜਿਹਾ ਜੈਬਾਂਸ ਜੀ ਮੈਂ ਬਸ ਇਹਦਾ ਹੀ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਇਸ ਸੈਕਟਰੀਏਟ ਕੇਸ ਤੇ ਡਿੱਗੀ ਉਹਦੇ ਬਾਅਦ ਕਾਂਗਰਸ ਦੀ ਵੀ ਡਿੱਗੀ ਕਾਂਗਰਸ ਦੀ ਉਦੋਂ ਡਿੱਗੀ 5 ਸਾਲ ਖਤਮ ਕਰਕੇ ਪਰ ਜਿਸ ਤਰੀਕੇ ਨਾਲ ਮਿਸਮੈਨੇਜ ਕਰ ਰਹੀ ਹੈ ਨਾ ਆਮ ਆਦਮੀ ਪਾਰਟੀ ਇਹਨੂੰ ਮੈਨੂੰ ਨਹੀਂ ਲੱਗਦਾ ਕਿ ਇਹ ਜ਼ਿਆਦਾ ਦੇਰ ਇੱਥੇ ਰੁਕ ਸਕਣਗੇ ਇਹਨਾਂ ਨੂੰ ਸਹੀ ਤਰੀਕੇ ਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਅਗਰ ਇਹ ਬਾਦਲ ਸਾਹਿਬ ਨੂੰ ਉੱਥੇ ਬੁਲਾ ਰਹੇ ਨੇ ਸਮਨ ਕਰ ਰਹੇ ਨੇ ਦੇयर ਸ਼ੁੱਡ ਬੀ ਨੋ ਪੋਲਿਟਿਕਸ ਇਨ ਇਟ ਜਾਂ ਤੇ ਉਹਨਾਂ ਨੂੰ ਕੈਦ ਕਰਨ ਤੇ ਜਾਂ ਆਪਣੇ ਦੂਸਰੇ ਕੰਮਾਂ ਦੇ ਵੱਲ ਪੈ ਜਾਣ ਇਸ ਪਾਸੇ ਸਾਡੇ ਇਮੋਸ਼ਨਸ ਦੇ ਨਾਲ ਪੋਲਿਟਿਕਸ ਨਾ ਖੇਡਣ ਦੈਟ ਇਜ਼ ਆਲ ਦੈਟ ਆਈ ਵਾਂਟ ਟੂ ਸੇ ਜੀ ਕਲੀਅਰ ਸਾਹਿਬ ਬੀਜੇਪੀ ਦੀ ਸਰਕਾਰ ਗਿਰੀ ਬੀਜੇਪੀ ਦੀ ਸਰਕਾਰ ਨਾਲ ਗਿਰੀ ਅਸੀਂ ਕੈਦ ਕਿਉਂ ਕਰੀਏ ਜੀ ਅਸੀਂ ਤਾਂ ਕਸੂਰ ਲੱਭਣਾ ਅਸੀਂ ਕਦੋਂ ਕਿਹਾ ਬਾਦਲ ਸਾਹਿਬ ਦੋਸ਼ੀ ਨੇ ਅਸੀਂ ਕਿਹਾ ਕਿ ਗੱਲ ਤਾਂ ਕਰੋ ਸਰ ਆਹ ਦੇਖੋ ਚਲੋ ਕਲੀਅਰ ਸਾਹਿਬ 10 ਸੈਕਿੰਡ ਮੈਂ ਕਹਿੰਦਾ 10 ਸੈਕਿੰਡ ਬਸ ਪਲੀਜ਼ ਗਰੇਵਾਲ ਸਾਹਿਬ ਪਲੀਜ਼ ਕਲੀਅਰ ਸਾਹਿਬ 10 ਸੈਕਿੰਡ ਆਖਰੀ ਬਰਾੜ ਸਾਹਿਬ ਮੇਰੇ ਨਾਲ ਦੋ ਬੁਨਿਆਦੀ ਗਰੇਵਾਲ ਸਾਹਿਬ ਨੂੰ ਸਵਾਲ ਹੈ ਦੇਖੋ ਇਹ ਗੱਲਾਂ ਟੈਲੀਵਿਜ਼ਨ ਤੇ ਕਰਨ ਵਾਲੀਆਂ ਨਹੀਂ ਕਿ ਮਾਸਟਰ ਦੇ ਮੁੰਡੇ ਤੁਸੀਂ ਸਵਾਲ ਪੁੱਛੋਗੇ ਲੰਮਾ ਹੋ ਜੂ ਮੈਂ ਕਨਕਲੂਡਿੰਗ ਰਿਮਾਰਕਸ ਮੇਰੇ ਕੋਲੇ 10-15 ਸੈਕਿੰਡ ਨੇ ਮੈਂ ਬਿਲਕੁਲ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਗਰੇਵਾਲ ਸਾਹਿਬ ਤੋਂ ਕੋਈ ਨਹੀਂ ਡਰਦਾ ਨਾ ਅਸੀਂ ਜਾਂਚ ਤੋਂ ਡਰਦੇ ਹਾਂ ਇਹ ਗੁਰੂ ਸਾਹਿਬ ਦੇ ਮਸਲੇ ਦੇ ਉੱਤੇ ਜਾਂਚ ਹੈ ਉਹਦੇ ਨਾਲ ਕਨੈਕਟਡ ਮਸਲਿਆਂ ਦੀ ਜਾਂਚ ਹੈ ਤੇ ਦੋਸ਼ੀ ਨੂੰ ਬਚਾਇਆ ਨਹੀਂ ਜਾਣਾ ਗਲਤ ਬੰਦਾ ਫਸਾਇਆ ਨਹੀਂ ਜਾਣਾ ਸੋ ਘੱਟੋ ਘੱਟ ਇਨਸਾਫ ਦੀ ਗੱਲ ਕਰੋ ਰਾਜਨੀਤੀ ਬੰਦ ਕਰੋ ਔਰ ਜਿਹੜੀ ਗੱਲਾਂ ਆਮ ਕਰਦੀ ਮੁੱਖ ਮੰਤਰੀ ਵਾਲੀਆਂ ਕਰਦੇ ਹੋ ਉਹ ਸਭ ਨੇ ਦੇਖ ਲਿਆ ਜਿਹੜੇ ਕਿਲੋ ਸੋਨੇ ਵਾਲੀ ਗੱਲ ਕਰਦੇ ਹੋ ਜੋ ਮੁੱਖ ਮੰਤਰੀ ਦੇ ਕਰੇ ਉਹ ਤਾਂ ਵੱਧ ਹੈ ਸੋ ਇਹ ਗੱਲਾਂ ਨਾ ਕਰੋ ਆਜੋ ਜੁਆਇਨ ਕਰੋ ਚਲੋ ਠੀਕ ਹੈ ਬਸ ਨਾ ਸ਼ੁਰੂ ਕਰੇ ਕੱਲੇ ਸ਼ਬਦਾਂ ਨਾਲ ਨਹੀਂ ਗਰੇਵਾਲ ਸਾਹਿਬ ਸਰਨਾ ਆਮ ਆਦਮੀ ਪਾਰਟੀ ਐਕਸ਼ਨ ਕਰੇ ਤੇ ਇਨਸਾਫ ਚਲੋ ਠੀਕ ਹੈ ਮਾਫ ਕਰਨਾ ਹੁਣ ਮੇਰੇ ਕੋਲੇ ਸਮਾਂ ਬਚਾ ਅੱਜ ਦੀ ਡਿਬੇਟ ਨੂੰ ਇੱਥੇ ਹੀ ਵਾਈਂਡ ਅਪ ਕਰਨਾ ਪਏਗਾ ਕਿਉਂਕਿ ਸਾਰੇ ਨੇ ਔਰ ਸਾਰਿਆਂ ਦੇ ਸਾਹਮਣੇ ਨੇ ਚਾਹੇ ਪਿਛਲੀਆਂ ਸਰਕਾਰਾਂ ਰਹੀਆਂ ਹੋਣ ਚਾਹੇ ਅੱਜ ਦੀ ਸਰਕਾਰਾਂ ਨੇ ਇੱਕ ਲਾਈਨ ਦੀ ਗੱਲ ਇਹ ਹੈ ਕਿ ਇਨਸਾਫ ਕਦੋਂ ਮਿਲੇਗਾ ਅੱਜ ਦੀ ਇਸ ਡਿਬੇਟ ਦੇ ਵਿੱਚ ਫਿਲਹਾਲ ਇੰਨਾ ਹੀ ਪਰ ਖਬਰਾਂ ਨਿਊਜ਼ 18 ਪੰਜਾਬ ਹਰਿਆਣਾ ਤੇ ਲਗਾਤਾਰ ਜਾਰੀ ਰਹਿਣ